ਸ੍ਰੀ ਵਾਹਿਗੁਰੂ ਸਾਹਿਬ ਜੀ। ਜਾ ਕਾ ਮਨ ਧਿਆਨ ਧਰੈ ਫਿਰਤ ਸਗਲ ਜੁਗ। ਕਬਹੁ ਕੋ ਪਾਵੈ ਆਤਮ ਪ੍ਰਗਾਸ ਕਾਉ। ਵੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾਕੋ। शिव मुन गए नाम तजात कबिलास जाका जोगी जति सद साधक नेक तप। छटा झूठ भेख किए फिरते उदास सो तिन सतगुर सुख पाए। कृपा धारी जी नाम की बढ़ाई दई। गुरु रामदास गाओ जाका जोगी जति सिद्ध साधक अनेक तप। जटा झूठ भेख किए फिरते उदास काउ। सो तिन सतगुर सुख पाए। कृपा धारी जी नाम की बढ़ाई दई। गुरु रामदास गाओ जाका ध्यान धरੈ फिरत सगल जुग। कबहुक को पावै आत्म प्रकाश काउ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾਟਲ ਸਰਬ ਸਾਂਝੀ ਵਾਲਤਾ ਦੇ ਪੈਗੰਬਰ ਦੀਨ ਦੁਨੀ ਦੇ ਰਾਖੇ ਮਨੁੱਖਤਾ ਦੇ ਸਾਂਝੇ ਰਹਿਬਰ ਚਬਰ ਸ਼ਤਰ ਤਖਤ ਦੇ ਮਾਲਕ ਹਲਤ ਪਲਤ ਕੇ ਰੱਖੇ ਕੋ ਪਵਿੱਤਰ ਦਿਲਾਂ ਦੀ ਜਗਦੀ ਜੋਤ ਗੁਰਤਾ ਗੱਦੀ ਤੇ ਸੁਭਾਈਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ। ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ। ਨਿਤਨੇਮ ਦੀਆਂ ਦਾਤਾਂ ਬਖਸ਼ੀਆਂ। ਅਸਾਂ ਕੀ ਵਾਰ ਦੇ ਕੀਰਤਨ ਆਪਦੀਆਂ ਨੇ ਸਰਵਣ ਕੀਤੇ ਹਨ। ਨਾਲ ਹੀ ਸਾਨੂੰ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਕਥਾ ਗੁਰ ਸ਼ਬਦ ਵਿਚਾਰ ਨਾਲ ਜੁੜਨ ਦਾ ਸੁਭਾਗਾ ਸਮਾਂ ਵੀ ਪ੍ਰਾਪਤ ਹੋਇਆ ਹੈ। ਆਓ ਇਸ ਮਿਲੇ ਹੋਏ ਸਮੇਂ ਨੂੰ ਗੁਰਬਾਣੀ ਦੇ ਵਿਚਾਰ ਕਰਕੇ ਗੁਰ ਇਤਿਹਾਸ ਵਿਚਾਰ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਉਸਤਤ ਮਹਿਮਾ ਨੂੰ ਗਾਇਨ ਕਰਕੇ ਆਪਣੇ ਜੀਵਨ ਜ਼ਿੰਦਗੀ ਦੀਆਂ ਘੜੀਆਂ ਪਲਾਂ ਨੂੰ ਸਫਲ ਕਰਨ ਦਾ ਯਤਨ ਕਰੀਏ। ਕੋਸ਼ਿਸ਼ ਕਰੀਏ ਆਪਣੇ ਸ਼ਰਧਾ ਦੇ ਭਾਂਡਿਆਂ ਨੂੰ ਪੂਰੀ ਤਰ੍ਹਾਂ ਗੁਰੂ ਚਰਨਾਂ ਵਿੱਚ ਸਮਰਪਣ ਕਰਕੇ ਬੈਠੀਏ ਤਾਂ ਕਿ ਕੋਈ ਇੱਕ ਅੱਧਾ ਬਚਨ ਸਾਡੇ ਅੱਜ ਹਿਰਦੇ ਦੀ ਦੁਨੀਆ 'ਚ ਵਸ ਜਾਏ। ਸਾਨੂੰ ਗੁਰੂ ਦੀ ਸਮਝ ਪੈ ਜਾਏ। ਗੁਰੂ ਨਾਲ ਸਾਡਾ ਪ੍ਰੇਮ, ਗੁਰੂ ਨਾਲ ਸਾਡਾ ਅੰਦਰ ਦਾ ਲਗਾਵ, ਅੰਦਰੋਂ ਪ੍ਰੀਤ ਜੁੜ ਜਾਏ ਤਾਂ ਕਿ ਗੁਰੂ ਦੇ ਰਾਹੀਂ ਅਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਨੂੰ ਪਾ ਵੀ ਸਕੀਏ, ਉਹਦੇ ਦਰਸ਼ਨ ਵੀ ਕਰ ਸਕੀਏ। ਅੱਜ ਦੇ ਇਸ ਪਾਵਨ ਪਵਿੱਤਰ ਸੋਈਏ ਦੇ ਵਿੱਚ ਸਤਿਕਾਰਯੋਗ ਭੱਟ ਮਥੁਰਾ ਜੀ
ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਕਰ ਰਿਹਾ, ਪਰਮਾਤਮਾ ਨੂੰ ਪਾਉਣ ਦੀ ਗੱਲ ਕਰ ਰਿਹਾ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਣ ਵਾਸਤੇ ਮੁਨੀ ਜਨ ਕਈ ਯੁੱਗਾਂ ਦੇ ਵਿੱਚ ਬੈਠ ਕੇ ਧਿਆਨ ਧਰਦੇ ਨੇ, ਸਮਾਧੀਆਂ ਲਾਉਂਦੇ ਨੇ। ਕਈ ਯੁੱਗਾਂ ਦੀ ਸਮਾਧੀ ਤੋਂ ਬਾਅਦ ਕਿਤੇ ਕਿਤਾਈ ਇੱਕ ਅੱਧਾ ਉਹਦਾ ਨਿਮਕ ਮਾਤਰ ਝਲਕਾਰਾ ਪੈ ਜਾਏ, ਇਹ ਵੀ ਬਹੁਤ ਵੱਡੀ ਗੱਲ ਹੈ। ਕਦੇ ਕਦਾਈ ਕਿਸੇ ਨੂੰ ਇਹ ਝਲਕਾਰਾ ਆਤਮ ਪ੍ਰਕਾਸ਼ ਦਾ ਜਿਹੜਾ ਆਤਮਿਕ ਚਾਨਣ ਦਾ ਪ੍ਰਾਪਤ ਹੁੰਦਾ ਨਹੀਂ। ਬੜੇ ਯੁੱਗਾਂ ਤੋਂ ਬੜੇ ਮੁਨੀ ਜਨ ਜਿਹੜੇ ਉਹ ਤਪੱਸਿਆ ਕਰ ਰਹੇ ਨੇ, ਬ੍ਰਹਮਾ ਜੀ ਦਾ ਜ਼ਿਕਰ ਕੀਤਾ, ਸ਼ਿਵ ਜੀ, ਭਗਵਾਨ, ਇਹ ਸਾਰੇ ਉਸ ਪਰਮਾਤਮਾ ਦਾ ਧਿਆਨ ਧਰ ਕੇ ਬੈਠੇ ਹੋਏ ਹਨ ਕਿ ਸਾਨੂੰ ਕਿਤੇ ਇੱਕ ਨਿਮਕ ਮਾਤਰ ਉਹਦਾ ਦਰਸ਼ਨ ਹੋਵੇ, ਪ੍ਰਕਾਸ਼ ਹੋਵੇ, ਜੋ ਆਤਮ ਪ੍ਰਕਾਸ਼ ਹੈ, ਅੰਦਰ ਦਾ ਚਾਨਣ ਹੈ, ਅੰਦਰ ਦਾ ਗਿਆਨ ਹੈ, ਆਤਮ ਗਿਆਨ, ਬ੍ਰਹਮ ਗਿਆਨ, ਉਸ ਪਰਮਾਤਮਾ ਦਾ ਪ੍ਰਾਪਤ ਹੋਵੇ। ਕੋਈ ਜਟਾਂ ਵਧਾ ਕੇ, ਕੋਈ ਸਿੱਧ ਨੇ, ਕੋਈ ਜੋਗੀ ਨੇ, ਕੋਈ ਜਤੀ ਨੇ, ਕੋਈ ਉਦਾਸੀਆਂ ਵਾਲਾ ਭੇਖ ਧਾਰਨ ਕਰਕੇ ਉਸ ਪਰਮਾਤਮਾ ਦੀ ਭਾਲ ਵਿੱਚ ਲੱਗੇ ਹੋਏ ਨੇ, ਉਹਦੇ ਦਰਸ਼ਨਾਂ ਵਾਸਤੇ ਤੁਰੇ ਹੋਏ ਨੇ। ਪਰ ਇੰਨਾ ਲੰਬਾ ਸਮਾਂ ਤਪ ਕਰਨ ਤੋਂ ਬਾਅਦ ਕਿਸੇ ਵਿਰਲੇ ਨੂੰ ਹੀ, ਸਾਰਿਆਂ ਨੂੰ ਨਹੀਂ, ਕਿਸੇ ਵਿਰਲੇ ਨੂੰ ਹੀ ਕੋਈ ਮਿੰਟ ਸਕਿੰਟ ਉਸ ਪਰਮਾਤਮਾ ਦੇ ਆਤਮ ਪ੍ਰਕਾਸ਼ ਦੀ ਝਲਕ ਮਿਲੀ ਹੈ। ਪਰ ਭੱਟ ਸਾਹਿਬਾਨ ਕਹਿ ਰਿਹਾ, ਦੁਨੀਆ ਦੇ ਜੀਵਾਂ ਤੇ ਕਿਰਪਾ ਕਰਦੇ ਹੋਏ ਉਸ ਹਰੀ ਪਰਮਾਤਮਾ ਦਾ ਸਵਰੂਪ, ਸਰਗੁਣ ਸਰੂਪ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸੁੱਧੇ ਸਿੱਧ ਸਹਿਜ ਸੁਭਾਅ ਵਿੱਚ ਦੁਨੀਆ ਦੀ ਝੋਲੀ ਸੁੱਖ ਪਾਉਣ ਵਾਸਤੇ, ਦੁਨੀਆ ਨੂੰ, ਟੁੱਟਿਆਂ ਨੂੰ ਪਰਮਾਤਮਾ ਨਾਲ ਜੋੜਨ ਵਾਸਤੇ ਇਸ ਕਲਯੁਗ ਦੇ ਸਮੇਂ ਅੰਦਰ ਸਾਰੀਆਂ ਨਾਮ ਦੀਆਂ ਵਡਿਆਈਆਂ, ਨਾਮ ਦੀਆਂ ਬਰਕਤਾਂ, ਨਾਮ ਰਾਹੀਂ ਪਰਮਾਤਮਾ ਦੇ ਦਰਸ਼ਨ ਔਰ ਗੁਰਬਾਣੀ ਰਾਹੀਂ ਗੁਰੂ ਸਾਹਿਬਾਨਾਂ ਦੇ ਦਰਸ਼ਨ, ਇਹ ਸਾਰੀਆਂ ਰੱਬੀ ਦਾਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਬਖਸ਼ ਦਿੱਤੀਆਂ। ਸੋ ਜਿਨ੍ਹਾਂ ਦੇ ਦਰਸ਼ਨ ਕਰਕੇ, ਜਿਨ੍ਹਾਂ ਦੇ ਬਚਨ ਸੁਣ ਕੇ, ਗੁਰਬਾਣੀ ਨੂੰ ਪੜ੍ਹ ਕੇ, ਸੁਣ ਕੇ ਹਰ ਕੋਈ ਪ੍ਰਾਣੀ ਮਾਤਰ, ਜੀਵ ਜਗਿਆਸੂ ਇਸ ਕਲਯੁਗ ਦੇ ਸਮੇਂ ਅੰਦਰ ਆਪਣੇ ਗੁਰੂ ਸਾਹਿਬਾਨਾਂ ਦੇ ਗੁਰਬਾਣੀ ਰਾਹੀਂ ਦਰਸ਼ਨ ਕਰ ਸਕਦਾ ਹੈ। ਗੁਰੂ ਤੋਂ ਮਿਲੇ ਹੋਏ ਪਰਮਾਤਮਾ ਦੇ ਨਾਮ ਦੇ ਰਾਹੀਂ ਪਰਮਾਤਮਾ ਦੇ ਉਸ ਆਤਮਿਕ ਸੁੱਖ ਨੂੰ, ਉਸ ਆਤਮ ਪ੍ਰਕਾਸ਼ ਨੂੰ ਵੀ ਮਾਣ ਸਕਦਾ ਹੈ। ਵੈਸੇ ਪ੍ਰੋਫੈਸਰ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ 4 ਤਰ੍ਹਾਂ ਦੇ ਦਰਸ਼ਨ ਜਿਹੜੇ ਆ ਉਹ ਦੱਸੇ ਆ। ਇਹਦੀ ਵਿਆਖਿਆ ਤੁਸੀਂ ਬੜੀ ਵਾਰ ਸੁਣ ਚੁੱਕੇ ਹੋ। ਚਿੱਤਰ ਦਰਸ਼ਨ, ਸ਼ਰਵਣ ਦਰਸ਼ਨ, ਪ੍ਰਤੱਖ ਦਰਸ਼ਨ, ਸੁਪਨ ਦਰਸ਼ਨ, ਔਰ 2 ਪੱਖ ਹੋਰ ਨੇ ਦਰਸ਼ਨਾਂ ਦੇ। ਇੱਕ ਅੰਦਰੂਨੀ ਦਰਸ਼ਨ ਹੁੰਦਾ ਹੈ, ਇੱਕ ਬਾਹਰੀ ਤੌਰ ਤੇ ਦਰਸ਼ਨ ਹੁੰਦਾ। ਗੁਰਬਾਣੀ ਨੇ ਬਾਹਰੀ ਤੌਰ ਤੇ ਦਰਸ਼ਨਾਂ ਨੂੰ ਵੀ ਮਹਾਨਤਾ ਦਿੱਤੀ, ਉਹਦੀ ਮਹਾਨਤਾ ਨੂੰ ਦਰਸਾਇਆ। ਕਿਸੇ ਨਾਲ ਅੰਦਰੋਂ ਪ੍ਰੇਮ ਹੈ, ਹਰ ਇੱਕ ਦੀ ਤੀਬਰ ਇੱਛਾ ਹੁੰਦੀ ਹੈ ਕਿ ਮੈਂ ਆਪਣੀਆਂ ਅੱਖਾਂ ਨਾਲ ਉਸ ਆਪਣੇ ਪਿਆਰੇ ਨੂੰ ਵੇਖ ਸਕਾਂ, ਉਹ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੇ, ਉਹਦੀ ਝਲਕ ਨੂੰ ਮਾਣ ਸਕਾਂ, ਉਹਦੇ ਦੀਦ ਮੈਂ ਕਰ ਸਕਾਂ। ਇਹਨਾਂ ਅੱਖਾਂ ਦੀ ਇਹ ਪਿਆਸ ਹੁੰਦੀ ਹੈ, ਇਹਨਾਂ ਅੱਖਾਂ ਦੀ ਇਹ ਤੜਪ ਹੁੰਦੀ ਹੈ, ਅੱਖਾਂ ਦੀ ਇੱਛਾ ਹੁੰਦੀ ਹੈ। ਔਰ ਹਰ ਇੱਕ ਕਿਸੇ ਨੂੰ ਵੀ ਸਨੇਹ ਕਰਨ ਵਾਲੇ ਦੇ ਮਨ ਵਿੱਚ ਇਹ ਭਾਵਨਾ ਹੁੰਦੀ ਹੈ। ਸਤਿਗੁਰੂ ਕਹਿੰਦੇ ਹੋਣੀ ਵੀ ਚਾਹੀਦੀ ਹੈ। ਸੋ ਵਿਰਲੇ ਨੇ ਜਿਹੜੇ ਇਹਨਾਂ ਅੱਖਾਂ ਨਾਲ ਸਾਕਸ਼ਾਤ ਗੁਰੂ ਦੇ ਦਰਸ਼ਨ ਕਰਨ ਲਈ ਵੀ ਲੋਚਦੇ ਨੇ। ਜਦੋਂ ਗੁਰੂ ਸਾਹਿਬਾਨ ਸਰੀਰਕ ਜਾਮਿਆਂ ਵਿੱਚ ਸਨ, ਉਦੋਂ ਵੀ ਗੁਰਸਿੱਖਾਂ ਅੰਦਰ ਬੜੀ ਤਾਂਘ ਹੁੰਦੀ ਸੀ ਕਿ ਪਾਤਸ਼ਾਹ ਇਹ ਅੱਖਾਂ ਤੁਸੀਂ ਬਖਸ਼ੀਆਂ ਨੇ, ਇਹਨਾਂ ਅੱਖਾਂ ਦੇ ਨਾਲ ਅਸੀਂ ਤੁਹਾਡੇ ਮਨ ਕਰਦਾ ਵੀ ਹਰ ਵੇਲੇ ਦਰਸ਼ਨ ਕਰਦੇ ਰਹੀਏ। ਇਹ ਅੱਖਾਂ ਤੁਹਾਡੇ ਹਰ ਵੇਲੇ ਦਰਸ਼ਨਾਂ ਨੂੰ ਤੱਕਦੀਆਂ ਰਹਿਣ, ਤੁਹਾਨੂੰ ਤੱਕਦੀਆਂ ਰਹਿਣ, ਤੇ 8 ਪਹਿਰ ਅਸੀਂ ਤੁਹਾਡੇ ਦਰਸ਼ਨ ਦੀਦਾਰ ਕਰਕੇ ਆਪਣੇ ਜੀਵਨ ਨੂੰ, ਆਪਣੇ ਅੰਤਰ ਆਤਮੇ ਨੂੰ ਸਫਲ ਕਰ ਸਕੀਏ ਤੇ ਸਾਡੀਆਂ ਅੱਖਾਂ ਵੀ ਸਫਲ ਹੋ ਜਾਣ। ਜਿਹਨੂੰ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਇਹ ਨੇਤਰੋ ਮੇਰਿਓ ਹਰ ਤੋਮੈ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਅਸੀਂ ਇਹਨਾਂ ਅੱਖਾਂ ਨਾਲ ਤੁਹਾਡੇ ਤੋਂ ਬਿਨਾਂ ਕਿਸੇ ਨੂੰ ਵੇਖੀਏ ਹੀ ਨਾ, ਤੁਹਾਡੇ ਤੋਂ ਬਿਨਾਂ ਦੇਖੀਏ। ਇਹਨਾਂ ਦਾ ਅਰਥ ਇਹ ਹੈ ਕਿ ਸਾਰਿਆਂ ਵਿੱਚ ਤੁਸੀਂ ਨਜ਼ਰ ਆਵੋ, ਸਾਨੂੰ ਕਿਸੇ ਤਰ੍ਹਾਂ ਦਾ
ਕਿਸੇ ਨੂੰ ਵੇਖ ਕੇ ਮਨ ਵਿੱਚ ਵਿਤਕਰਾ ਨਾ ਪੈਦਾ ਹੋਵੇ, ਕਿਸੇ ਹੋਰ ਧਰਮ ਦੇ ਨੂੰ ਵੇਖ ਕੇ ਮਨ 'ਚ ਨਫ਼ਰਤ ਨਾ ਹੋਵੇ, ਕਿਸੇ ਛੋਟੀ ਵੱਡੀ ਜਾਤ ਦਾ ਮਨ ਵਿੱਚ ਵਹਿਮ ਭਰਮ ਪਾਲ ਕੇ ਕਿਸੇ ਅਖੌਤੀ ਨੀਵੀਂ ਜਾਤ ਵਾਲੇ ਨੂੰ ਵੇਖ ਕੇ ਮਨ ਵਿੱਚ ਵਹਿਮ ਜਾਂ ਨਫ਼ਰਤ ਨਾ ਪੈਦਾ ਹੋਵੇ। ਸਾਨੂੰ ਸਾਰਿਆਂ ਵਿੱਚ ਤੂੰ ਦਿਖਾਈ ਦੇਵੇ, ਸਾਰਿਆਂ ਵਿੱਚ ਤੇਰੇ ਦਰਸ਼ਨ ਹੋਣ। ਤੋਂ ਮਹਾਰਾਜ ਸਾਹਿਬ ਕਹਿੰਦੇ ਆ, ਬਾਹਰੀ ਤੌਰ ਤੇ ਅੱਖਾਂ ਨਾਲ ਦਰਸ਼ਨ ਕਰਨ ਨੂੰ ਵੀ ਤਰਜੀਹ ਦਿੱਤੀ ਗਈ, ਮਹਾਨਤਾ ਦਿੱਤੀ ਗਈ ਹੈ। ਸੋ ਧੰਨ ਗੁਰੂ ਸਾਹਿਬਾਸ ਹੈ ਹਰ ਦੇਸ ਨੇਹਾ, ਹਉ ਵੇਖ ਵੇਖ ਗੁਰੂ ਵਿਗਸਿਆ, ਗੁਰ ਸਤਿਗੁਰ ਦੇਹਾ। ਮਨ ਵਿਗਸ ਜਾਂਦਾ ਹੈ, ਮਨ ਖੇੜੇ ਚ ਆਉਂਦਾ ਹੈ ਵਾਰ-ਵਾਰ ਗੁਰੂ ਦੇ ਦਰਸ਼ਨ ਕਰਕੇ, ਵਾਰ-ਵਾਰ ਗੁਰੂ ਪਾਤਸ਼ਾਹ ਦੇ ਦੀਦਾਰ ਕਰਕੇ ਮਨ ਖੇੜੇ ਵਿੱਚ ਆਉਂਦਾ ਹੈ। ਖੈਰ ਇਹ ਉਦੋਂ ਦੀ ਬਾਤ ਹੈ ਜਦੋਂ ਸਾਡੇ ਗੁਰੂ ਸਾਹਿਬਾਨ ਸਰੀਰਕ ਜਾਮੇ ਵਿੱਚ ਵਿਚਰ ਰਹੇ ਸਨ। ਹੁਣ ਸਾਡਾ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ, ਸ਼ਬਦ ਗੁਰੂ ਹੈ, ਬਾਣੀ ਗੁਰੂ ਹੈ ਬਾਣੀ। ਔਰ ਇਸ ਸ਼ਬਦ ਵਿੱਚੋਂ ਹੁਣ ਅਸੀਂ ਗੁਰੂ ਸਾਹਿਬਾਨਾਂ ਦੇ ਦਰਸ਼ਨ ਵੀ ਕਰਨੇ। ਇੱਕ ਬਾਹਰੀ ਦਰਸ਼ਨ ਆ, ਇੱਕ ਅੰਦਰੂਨੀ ਦਰਸ਼ਨ। ਖੈਰ ਉਹਨਾਂ ਸਮਿਆਂ ਵਿੱਚ ਵੀ ਜਦੋਂ ਸਿੱਖ ਅੱਖਾਂ ਨਾਲ ਗੁਰੂ ਦੇ ਹਰ ਰੋਜ਼ ਦਰਸ਼ਨ ਕਰਦੇ ਸਨ ਤੇ ਦਰਸ਼ਨ ਕਰਦੇ ਕਰਦੇ ਉਹਨਾਂ ਨੇ ਮੰਗ ਜਿਹੜੀ ਆ ਉਹ ਨਾਮ ਦੀ ਮੰਗਣੀ, ਸਿੱਖੀ ਦੀ ਦਾਤ ਮੰਗਣੀ, ਨਾਮ ਦੀ ਦਾਤ ਮੰਗਣੀ, ਬੰਦਗੀ ਦੀ ਦਾਤ ਮੰਗਣੀ, ਸਿਮਰਨ ਦੀ ਦਾਤ ਮੰਗਣੀ, ਤਾਂ ਕਿ ਪਾਤਸ਼ਾਹ ਸਾਡਾ ਤੁਹਾਡਾ ਕਦੇ ਸਿਮਰਨ ਕਰਕੇ, ਨਾਮ ਕਰਕੇ, ਬਾਣੀ ਕਰਕੇ ਵਿਛੋੜਾ ਪਵੇ ਹੀ ਨਾ। ਅਸੀਂ ਹਰ ਵੇਲੇ ਤੁਹਾਡੇ ਦਰਸ਼ਨ ਦੀਦਾਰ ਕਰਦੇ ਰਹੀਏ, ਹਰ ਵੇਲੇ ਸਾਡਾ ਮਨ ਜਿਹੜਾ ਹੈ ਤੁਹਾਡੇ ਨਾਲ ਜੁੜਿਆ ਰਵੇ। ਇੱਕ ਵਾਰ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੂੰ ਪੁੱਛਿਆ ਸੀ, ਮਹਾਰਾਜ ਸਾਨੂੰ ਅਸਲ ਵਿੱਚ ਸਿੱਖੀ ਦੀ, ਗੁਰਸਿੱਖੀ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਓ। ਤਾਂ ਗਰੀਬ ਨਵਾਜ ਪਾਤਸ਼ਾਹ ਨੇ ਬਚਨ ਕੀਤੇ ਸਨ ਕਿ ਗੁਰਵਾਕ ਜਿਨ ਦ੍ਰਿੜ ਕਰ ਮਾਨੇ, ਸੋ ਮਮ ਪਿਆਰੇ ਸਿੱਖ ਮਹਾਨੇ। ਗੁਰਵਾਕ ਗੁਰ ਸ਼ਬਦ, ਜਿਹਨੂੰ ਅੱਜ ਵੀ ਅਸੀਂ ਕਈ ਵਾਰ ਹੁਕਮਨਾਮਾ ਸਾਹਿਬ ਨੂੰ ਕਹਿੰਦੇ ਆ ਕਿ ਗੁਰੂ ਦਾ ਵਾਕ ਲੈਣਾ ਹੈ। ਵਾਕ ਕੀ ਆਇਆ? ਵਾਕ ਮਤਲਬ ਗੁਰੂ ਦੇ ਮੁਖ ਤੋਂ ਉਚਾਰੇ ਹੋਏ ਬਚਨ, ਉਹ ਗੁਰਵਾਕ ਵੀ ਹੁੰਦੇ ਨੇ, ਉਹ ਹੁਕਮਨਾਮਾ ਵੀ ਹੁੰਦਾ। ਤਾਂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਬਾਬਾ ਬੁੱਢਾ ਜੀ, ਜਿਹੜਾ ਸਿੱਖ ਗੁਰੂ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਮਨ ਕਰਕੇ, ਦ੍ਰਿੜ ਕਰਕੇ ਮੰਨਦਾ ਹੈ, ਉਹ ਪਿਆਰਾ ਵੀ ਹੈ, ਉਹ ਸਿੱਖ ਮਹਾਨ ਵੀ ਹੈ। ਪ੍ਰਭੂ ਸਰੂਪ ਹਿਰਦੇ ਮਹਿ ਧਾਰੋ, ਗੁਰਬਾਣੀ ਕੋ ਹਿਰਦੇ ਵਿਚਾਰੋ। ਆਹ ਸਿੱਖੀ ਦਾ ਫਲਸਫਾ ਹੈ, ਆਹ ਸਿੱਖੀ ਦਾ ਸਿਧਾਂਤ ਹੈ। ਤਾਂ ਮਹਾਰਾਜ ਕਹਿੰਦੇ ਨੇ, ਅੱਖਾਂ ਨਾਲ ਗੁਰੂ ਸਰੀਰ ਦੇ ਦਰਸ਼ਨ ਕੀਤੇ ਨੇ, ਹਰ ਵੇਲੇ ਚਾਹੁੰਦਾ ਗੁਰੂ ਨਾਲ ਰਵੇ, ਉਹਦੇ ਦਰਸ਼ਨ ਹੁੰਦੇ ਰਹਿਣ। ਤਾਂ ਜਿਹੜੀ ਮੈਂ ਤੁਹਾਨੂੰ ਗੁਰਬਾਣੀ ਦੀ ਦਾਤ ਬਖਸ਼ੀ ਹੈ, ਨਿਤਨੇਮ ਬਖਸ਼ਿਆ ਹੈ, ਇਹ ਬਾਣੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ ਅੰਮ੍ਰਿਤ ਹੈ। ਜਿਵੇਂ ਇੱਕ ਵਿਦਵਾਨ ਨੇ ਲਿਖਿਆ ਸੀ, ਇਹ ਕਾਗਜ਼ ਨਹੀਂ, ਇਹ ਪੱਤਰੇ ਨਹੀਂ, ਇਹ ਸੀਨਾ ਹੈ ਗੁਰੂ ਅਰਜਨ ਦਾ। ਇਸ ਬਾਣੀ ਦੇ ਦਰਸ਼ਨ ਕਰਨਾ ਦਰਸ਼ਨ ਹੈ ਗੁਰੂ ਨਾਨਕ ਦਾ। ਇਹ ਬਾਣੀ ਕੋਈ ਭਾਈ ਕਾਗਜ਼ ਨਹੀਂ। ਦੇਹਧਾਰੀ ਤਾਂ ਇਹੀ ਕਹਿੰਦੇ ਨਾ ਵੀ ਕਾਗਜ਼ ਨੇ, ਕਾਗਜ਼ ਥੋੜਾ ਬੋਲਦੇ ਨੇ। ਜਿਸ ਕਾਗਜ਼ ਦੇ ਉੱਤੇ ਗੁਰੂ ਦੀ ਮੋਹਰ ਲੱਗ ਜਾਣ, ਕਿਸੇ ਦੇ ਜੇਬ ਦੇ ਵਿੱਚ ਕਾਗਜ਼, ਉਹਨੂੰ ਪੁੱਛੋ ਵੀ ਇਹ ਕੀ ਆ, ਉਹ ਕਹੇਗਾ ਜੀ 100 ਦਾ ਨੋਟ ਹੈ। ਤੇ ਦੂਸਰੇ ਕਾਗਜ਼ ਨੂੰ ਹੱਥ ਲਾ ਕੇ ਕੋਈ ਕੀ, ਉਹ ਕਹੇਗਾ ਜੀ 500 ਦਾ ਨੋਟ ਹੈ। ਦੂਸਰੇ ਕਾਗਜ਼ ਨੂੰ ਹੱਥ ਲਾਓ, ਇਹ ਕੀ, ਉਹ ਕਹੇਗਾ 2000 ਦਾ ਨੋਟ ਹੈ। ਤੇ ਆਪਾਂ ਕਹੀਏ ਵੀ ਸਾਡੇ ਲਈ ਤਾਂ ਕਾਗਜ਼ ਹੈ, ਤੂੰ ਇਹਨੂੰ 100, 500, 2000 ਕਿਵੇਂ ਕਹਿ ਰਿਹਾ? ਉਹ ਫਿਰ ਦਿਖਾਏਗਾ, ਦੇਖੋ ਗਵਰਨਮੈਂਟ ਸਰਕਾਰ ਦੀ ਮੋਹਰ ਲੱਗੀ ਹੈ। ਜਿਸ ਕਾਗਜ਼ ਉੱਤੇ ਸਰਕਾਰ ਦੀ ਮੋਹਰ ਲੱਗ ਜਾਏ, ਉਹ 100 ਕਹਾਉਂਦਾ ਹੈ, ਉਹ ਨੋਟ 500 ਬੋਲਦਾ ਹੈ, ਉਹ ਨੋਟ 2000 ਦਾ ਬੋਲਦਾ। ਆਮ ਕਾਗਜ਼ਾਂ ਤੇ 4 ਅੱਖਰ ਲਿਖੇ ਹੋਏ, ਉਦੋਂ ਉਹਨਾਂ ਦੀ ਵੈਲਿਊ ਬਣ ਜਾਂਦੀ ਹੈ। ਜਦੋਂ ਸਰਕਾਰ ਮੋਹਰ ਲਾ ਦੇ, ਲੋਕ ਕਹਿੰਦੇ ਆ ਇਹ ਮੇਰੀ ਰਜਿਸਟਰੀ ਹੈ, ਇਹ ਮੇਰਾ ਡਰਾਫਟ ਹੈ, ਇਹ ਮੇਰਾ ਚੈੱਕ ਹੈ, ਉਹਨੂੰ ਸੰਭਾਲ ਕੇ ਰੱਖਦੇ ਆ, ਕਿਉਂਕਿ ਸਰਕਾਰ ਦੀ ਮੋਹਰ ਲੱਗੀ ਹੁੰਦੀ ਆ। ਤਾਂ ਮਹਾਰਾਜ ਸਾਹਿਬ ਕਹਿੰਦੇ ਆ, ਭਾਈ ਜਿੰਨਾ ਅੱਖਰਾਂ ਤੇ ਨਿਰੰਕਾਰ ਦੀ ਮੋਹਰ ਲੱਗ ਜਾਏ, ਜਿੰਨਾ ਅੱਖਰਾਂ ਤੇ ਨਿਰੰਕਾਰ ਦੀ ਪਰਮਾਤਮਾ ਦੀ ਮੋਹਰ ਲੱਗ ਜਾਏ, ਉਹ ਅੱਖਰ ਫਿਰ ਆਮ ਨਹੀਂ ਰਹਿ ਜਾਂਦੇ, ਉਹ ਅੱਖਰ ਵੀ ਪਰਮਾਤਮਾ ਦਾ, ਅਕਾਲ ਪੁਰਖ ਦਾ ਸਰੂਪ ਬਣ ਜਾਂਦੇ। ਸੋ ਇਸ ਲਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇੱਕ ਇੱਕ ਅੱਖਰ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਮੋਹਰ ਲੱਗੀ ਹੈ। ਤੁਸੀਂ ਬਾਣੀ ਨੂੰ ਧਿਆਨ ਨਾਲ ਪੜ੍ਹੋ। ਸਾਡੇ 10 ਗੁਰੂ ਸਾਹਿਬਾਨ ਨੇ, ਦੁਨੀਆ ਦੇ ਸਤਿਕਾਰਯੋਗ ਧਰਮ ਨੇ, ਧਾਰਮਿਕ ਗ੍ਰੰਥ ਨੇ। ਉਹਨਾਂ ਦੇ ਜਦੋਂ ਧਾਰਮਿਕ ਗ੍ਰੰਥਾਂ ਨੂੰ ਪੜ੍ਹੋਗੇ, ਉਹਨਾਂ ਦੇ ਇਸ਼ਟ ਜਿਹੜੇ ਪੈਗੰਬਰ ਹੋਏ ਨੇ, ਉਹਨਾਂ ਪੈਗੰਬਰਾਂ ਦਾ ਜਨਮ ਸਥਾਨ ਤੁਹਾਨੂੰ ਮਿਲੇਗਾ। ਉਹਨਾਂ ਪੈਗੰਬਰਾਂ ਦੇ ਉਹਨਾਂ ਧਾਰਮਿਕ ਗ੍ਰੰਥਾਂ ਵਿੱਚੋਂ ਬੰਸਾਵਲੀ ਨਾਮੇ ਮਿਲਣਗੇ।
ਉਹਨਾਂ ਧਾਰਮਿਕ ਗ੍ਰੰਥਾਂ ਵਿੱਚੋਂ ਉਹਨਾਂ ਦੇ ਪੈਗੰਬਰਾਂ ਦੇ ਕੁਰਸੀਨਾਮੇ ਤੁਹਾਨੂੰ ਮਿਲਣਗੇ। ਕਿੱਥੇ ਜੰਮੇ, ਕਿੱਥੇ ਰਹੇ, ਕਿੱਥੋਂ ਸਿੱਖਿਆ ਲਈ, ਕਿੱਥੇ ਸ਼ਰੀਰਦਾਨ ਹੋਇਆ, ਇਹ ਸਾਰਾ ਕੁਝ ਉਹਨਾਂ ਪੈਗੰਬਰਾਂ ਦੇ ਧਾਰਮਿਕ ਗ੍ਰੰਥਾਂ ਵਿੱਚੋਂ ਮਿਲਦਾ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਕਿਸੇ ਵੀ ਗੁਰੂ ਸਾਹਿਬਾਨ ਦਾ ਜਨਮ ਨਹੀਂ ਦੱਸਿਆ ਗਿਆ ਕਿੱਥੇ ਹੋਇਆ, ਕਿਹੜੇ ਸਨ ਵਿੱਚ ਹੋਇਆ। ਕਿਸੇ ਗੁਰੂ ਸਾਹਿਬਾਨ ਦਾ ਨਹੀਂ ਦੱਸਿਆ ਗਿਆ ਕਿ ਗੁਰਤਾ ਗੱਦੀ ਕਦੋਂ ਮਿਲੀ। ਕਿਸੇ ਗੁਰੂ ਸਾਹਿਬਾਨ ਦਾ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਦੱਸਿਆ ਗਿਆ ਕਿ ਜੋਤੀ ਜੋਤ ਕਦੋਂ ਸਮਾਏ, ਕਿਉਂਕਿ ਇਹਦੇ ਵਿੱਚ ਮਹਾਰਾਜ ਕਹਿੰਦੇ ਮੇਰੀ ਗੱਲ ਨਹੀਂ, ਇਸ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਇੱਕ ਅੱਖਰ ਵਿੱਚ ਬ੍ਰਹਮ ਦੀ ਵਿਚਾਰ ਹੈ, ਪਰਮਾਤਮਾ ਦੀ ਵਿਚਾਰ ਹੈ, ਅਕਾਲ ਪੁਰਖ ਦਾ ਨਾਮ ਹੈ, ਅਕਾਲ ਪੁਰਖ ਦੀ ਸਿਫਤ ਹੈ। ਮੇਰੀਆਂ ਜੀਵਨੀਆਂ ਵਾਸਤੇ ਇਤਿਹਾਸਕਾਰ ਨੇ, ਮੇਰੇ ਜੀਵਨ ਲਿਖਣ ਵਾਸਤੇ ਗੁਰੂ ਕੇ ਸਿੱਖ ਲਿਖਣਗੇ, ਜਿਹੜੇ ਸਮਕਾਲੀ ਹੋਏ ਉਹਨਾਂ ਨੇ ਵੀ ਲਿਖਿਆ। ਪਰ ਮਹਾਰਾਜ ਕਹਿੰਦੇ ਗੁਰਬਾਣੀ ਦੇ ਵਿੱਚ ਨਹੀਂ। ਜਹਾਂਗੀਰ ਬਾਦਸ਼ਾਹ ਨੇ ਕਿਹਾ ਸੀ ਨਾ ਵੀ ਮੇਰਾ ਨਾਮ ਤੇ ਸੰਮਤ ਪਾ ਦਿਓ। ਗੁਰੂ ਅਰਜਨ ਸਾਹਿਬ ਨੂੰ ਕਿਹਾ ਕਿ ਇਸ ਸੰਮਤ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਗਿਆ ਔਰ ਇਸ ਰਾਜੇ ਦਾ ਰਾਜ ਸੀ। ਗੁਰੂ ਅਰਜਨ ਸਾਹਿਬ ਨੇ ਕਿਹਾ ਜਹਾਂਗੀਰ ਇਹ ਮੇਰੇ ਗਰੀਬ ਨਿਮਾਣੇ ਤੋਂ ਪਰਮਾਤਮਾ ਨੇ ਸੇਵਾ ਲਈ ਹੈ। ਇੱਕ ਇੱਕ ਅੱਖਰ ਲਿਖਾਉਣ ਦੀ ਸੇਵਾ, ਲਿਖਿਆ ਭਾਈ ਗੁਰਦਾਸ ਸਾਹਿਬ ਨੇ, ਲਿਖਾਉਣ ਦੀ ਸੇਵਾ ਮੇਰੇ ਨਿਮਾਣੇ ਤੋਂ ਲਈ ਹੈ। 4 ਸਾਲ ਦਾ ਸਮਾਂ ਲੱਗਿਆ, ਨਾਮ ਤਾਂ ਮੈਂ ਆਪਣਾ ਨਹੀਂ ਪਾਇਆ, ਤੇਰਾ ਮੈਂ ਕਿਵੇਂ ਨਾਮ ਪਾ ਦਿਆਂ। ਇੱਥੇ ਮੇਰੇ ਕੋਲ ਆਏ ਸਨ ਇਸਲਾਮ ਧਰਮ ਦੇ ਲੋਕ ਕਿ ਮੁਹੰਮਦ ਸਾਹਿਬ ਦੀ ਤਾਰੀਫ ਲਿਖ ਦਿਓ, ਕੋਈ ਕਹਿ ਰਿਹਾ ਸਾਡੇ ਪੈਗੰਬਰ ਦੀ ਤਾਰੀਫ ਲਿਖ ਦਿਓ। ਮੈਂ ਸਾਰਿਆਂ ਨੂੰ ਇਹ ਕਿਹਾ ਸੀ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਭਾਈ ਬ੍ਰਹਮ ਵਿਚਾਰ ਹੈ, ਪਰਮਾਤਮਾ ਦੀ ਸਿਫਤ ਹੈ। ਇੱਥੇ ਕਿਸੇ ਇੱਕ ਖਾਸ ਵਿਅਕਤੀ, ਵਿਸ਼ੇਸ਼ ਵਿਅਕਤੀ ਦੀ ਤਾਰੀਫ ਨਹੀਂ ਲਿਖੀ ਜਾ ਸਕਦੀ। ਗੁਰੂ ਅਰਜਨ ਸਾਹਿਬ ਕਹਿੰਦੇ ਜਹਾਂਗੀਰ ਇਹ ਨੇਕ ਕਾਰਜ ਪਰਮਾਤਮਾ ਨੇ ਮੇਰੇ ਤੋਂ ਕਰਾਇਆ, ਮੈਂ ਆਪਣਾ ਵੀ ਨਾਮ ਨਹੀਂ ਲਿਖਿਆ। ਮੈਂ ਅਖੀਰ ਤੇ ਜਾ ਕੇ ਪਰਮਾਤਮਾ ਦਾ ਧੰਨਵਾਦ ਕਰਦਿਆਂ ਇਹੀ ਕਿਹਾ ਸੀ ਤੇਰਾ ਕੀਤਾ ਜਾਤੋ ਨਹੀਂ, ਮੈਨੂੰ ਜੋ ਕੀ ਕੋਈ, ਮੈਂ ਨਿਰਗੁਣਿਆਰੇ ਕੋ ਗੁਣ ਨਹੀਂ, ਆਪੇ ਤਰਸ ਪਿਓਈ, ਮੇਰੇ ਤੇ ਤਰਸ ਕਰਕੇ ਤੁਸੀਂ ਇਹ ਸੇਵਾ ਲਈ ਹੈ, ਮੈਂ ਤੇ ਯੋਗ ਨਹੀਂ ਸੀ, ਤੁਸੀਂ ਮੈਨੂੰ ਯੋਗ ਬਣਾ ਕੇ ਸੇਵਾ ਲਈ। ਇਸ ਲਈ ਇਹਦੇ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਦਾ ਨਾਮ ਨਹੀਂ ਲਿਖਿਆ ਜਾ ਸਕਦਾ, ਇਹਦੇ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਦੀ ਤਾਰੀਫ ਨਹੀਂ ਕੀਤੀ ਜਾ ਸਕਦੀ। ਉਹਨਾਂ ਦੀ ਤਾਰੀਫ ਜ਼ਰੂਰ ਹੈ ਜਿਨ੍ਹਾਂ ਨੇ ਅੱਠੇ ਪਹਿਰ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਿਆ, ਪਰਮਾਤਮਾ ਨੂੰ ਸਮਰਪਣ ਹੋ ਕੇ ਨਾਮ ਜਪਿਆ ਗਿਆ। ਕੋਈ ਮਾਣ ਨਹੀਂ ਕੀਤਾ, ਹੰਕਾਰ ਨਹੀਂ ਕੀਤਾ, ਰੱਬ ਦੇ ਸਿਧਾਂਤ ਨੂੰ, ਪਰਮਾਤਮਾ ਦੇ ਫਲਸਫੇ ਨੂੰ ਸਮਝਦੇ ਹੋਏ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕੀਤਾ। ਉਹਨਾਂ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਜ਼ਰੂਰ ਕੀਤਾ ਗਿਆ। ਫਿਰ ਮੈਂ ਆਪਣੀ ਗੱਲ ਨੇੜੇ ਕਰਾਂ। ਸਰੀਰਕ ਤੌਰ ਤੇ ਦਰਸ਼ਨ ਗੁਰਸਿੱਖ ਕਰਦੇ ਸਨ, ਇੱਕ ਅੰਦਰੂਨੀ ਦਰਸ਼ਨ ਹੈ, ਇੱਕ ਬਾਹਰੀ। ਮੈਂ ਤਾਂ ਇਹ ਬੇਨਤੀ ਕਰਨ ਲੱਗਿਆ ਕਿਉਂਕਿ ਭੱਟ ਸਾਹਿਬਾਨ ਅੱਜ ਕਹਿ ਰਹੇ ਆ ਕਿ ਉਸ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਦੁਨੀਆ ਨੇ ਬੜਾ ਕੁਛ ਕੀਤਾ, ਜੁਗਾਂ ਜੁਗਾਂਤਰਾਂ ਤੋਂ ਸਮਾਧੀਆਂ ਲਾ ਕੇ ਬੈਠੇ। ਕਿਸੇ ਨੇ ਮੂਰਤ ਦਾ ਧਿਆਨ ਧਰਿਆ, ਕਿਸੇ ਨੇ ਮੂਰਤੀ ਦਾ ਧਿਆਨ ਧਰਿਆ, ਕਿਸੇ ਨੇ ਤਸਵੀਰ ਦਾ ਧਿਆਨ ਧਰਿਆ, ਕਿਸੇ ਨੇ ਕਿਸੇ ਰੂਪ ਵਿੱਚ ਧਿਆਨ ਧਰਿਆ, ਕਿਸੇ ਨੇ ਕਿਸੇ ਰੂਪ ਵਿੱਚ। ਕਈਆਂ ਨੂੰ ਦਰਸ਼ਨ ਹੋਏ, ਕਿਸੇ ਨੂੰ ਕਿਸੇ ਟਾਈਮ ਇੱਕ ਅੱਧਾ ਝਲਕਾਰਾ ਪਿਆ, ਤੇ ਹਰ ਵੇਲੇ ਨਹੀਂ, ਹਰ ਸਮੇਂ ਨਹੀਂ, ਤੇ ਸਾਰਿਆਂ ਨੂੰ ਨਹੀਂ। ਉਸ ਪਰਮਾਤਮਾ ਦੇ ਰੱਬੀ ਰਹਿਮਤ ਦੀ ਜਿਹੜੀ ਬਖਸ਼ਿਸ਼ ਹੋਈ ਸੀ। ਭਗਤ ਨਾਮਦੇਵ ਸਾਹਿਬ ਲਈ ਵੀ ਕਈ ਲੋਕ ਕਹਿੰਦੇ ਆ ਕਿ ਉਹਨਾਂ ਨੂੰ 72 ਵਾਰੀ ਰੱਬ ਦੇ ਦਰਸ਼ਨ ਹੋਏ, ਜਿਹੜੀ ਗੱਲ ਬਿਲਕੁਲ ਮਿੱਥ ਹੈ, ਝੂਠ ਹੈ, ਸਰਾਸਰ ਝੂਠ। ਭਗਤ ਨਾਮਦੇਵ ਸਾਹਿਬ ਤਾਂ ਉਹ ਭਗਤ ਹੈ ਜਿਹੜਾ ਹਰ ਵੇਲੇ ਅੱਠੇ ਪਹਿਰ ਪਰਮਾਤਮਾ ਦੀ ਯਾਦ ਵਿੱਚ ਰਹਿੰਦਾ ਹੈ, ਪਰਮਾਤਮਾ ਦੀ ਯਾਦ ਵਿੱਚ ਜਿਉਂਦੇ ਨੇ, ਪਰਮਾਤਮਾ ਦੀ ਸਿਫਤ ਸਲਾਹ ਵਿੱਚ ਰਹਿੰਦੇ ਆ। 72 ਵਾਰ ਦਾ ਜ਼ਿਕਰ ਨਹੀਂ, ਉਹ ਤਾਂ ਹਰ ਵੇਲੇ ਪਰਮਾਤਮਾ ਦੀ ਗੋਦ ਵਿੱਚ ਰਹਿੰਦੇ ਨੇ। ਉਹਨਾਂ ਨੂੰ ਤਾਂ ਹਰ ਵੇਲੇ ਉਸ ਅਕਾਲ ਪੁਰਖ ਦੇ ਦਰਸ਼ਨ ਦੀਦਾਰ ਹੋ ਰਹੇ ਆ। ਪਰਮਾਤਮਾ ਉਹਨਾਂ ਦੇ ਜੀਵਨ ਦੀ ਅਗਵਾਈ ਕਰ ਰਿਹਾ। ਜਿਹੜੇ ਪਰਮਾਤਮਾ ਨੂੰ ਮੁਖਾਤਬ ਹੋ ਕੇ ਚੱਲਣ, ਪਰਮਾਤਮਾ ਉਹਨਾਂ ਦੇ ਜੀਵਨ ਦੀ ਅਗਵਾਈ ਕਰਦਾ ਹੈ। ਪਰਮਾਤਮਾ ਵੀ ਬੋਲਦਾ ਹੈ ਪਰ ਸੁਣਦਾ ਉਹਨਾਂ ਨੂੰ ਹੈ ਜਿਹੜੇ ਕੰਨ ਲਾ ਕੇ ਪਰਮਾਤਮਾ ਦੀ ਸਿਫਤ ਸੁਣ, ਜਿਹੜੇ ਮਨ ਨੂੰ ਟਿਕਾ ਕੇ ਪਰਮਾਤਮਾ ਦੀ ਗੱਲ ਸੁਣ, ਉਹਨਾਂ ਨੂੰ ਸੁਣਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਮੁਸਲਮਾਨ ਫਕੀਰ ਮਿਲਿਆ ਤੇ ਵਾਰਤਾਲਾਪ ਹੋਈ, ਸੰਵਾਦ ਹੋਇਆ। ਉਸ ਫਕੀਰ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਪੁੱਛਿਆ ਤੁਹਾਡੇ ਜੀਵਨ ਦੀ ਅਗਵਾਈ ਕੌਣ ਕਰਦਾ? ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਫਕੀਰ
मेरे जीवन की अगवाई खुदाबंद करीम अल्लाह ताला परमात्मा वाहिगुरू करता है। उन्हें कहा मेरे जीवन की अगवाई कौन करता है? गुरु नानक साहब ने कहा तुहाडे जीवन की अगवाई भी परमात्मा करता है, तुहाडे जीवन की अगवाई भी अल्लाह ताला खुदाबंद करीम करता है। तेरी ते मेरी गल नहीं, गुरु नानक साहब कहते सारी कायनात की मनुखता की अगवाई परमात्मा करता है। ते उन्हें क्या जेड़ा अगवाई करे वो कुछ बोलता है। महाराज कहते परमात्मा अगवाई करता बिल्कुल बोलता है। ते उन्हें क्या फिर सानू सुनाई भी दिता है। गुरु नानक साहब कहते बिल्कुल सुनाई दिता। वो फकीर कहता फिर रब जो बोलता मैनू नहीं सुनाई दिता। धन गुरु नानक साहब कहते जदों परमात्मा बोलता है ना मैनू सुनाई दिता है ते मैं उस वेले संसारी गल्लां तो चुप कर जाना। क्योंकि गुरु नानक साहब भाई प्रधाना साहब नाल गल्लां भी तां करदे होणगे, भाई बाला जी नाल गल्लां करदे होणगे, आम बेबे नानकी नाल भी उन्होंने कई बार गल्लां कीतियां, भाईया जयराम नाल कई बार गल्लां बातां कीतियां ने, अपने माता पिता नाल कई बार गल्लां बातां कीतियां होणगियां, माता सुलखणी नाल भी आम संसारी दुनियावी परिवार दीयां गल्लां करदे होणगे, बच्चियां नाल भी करदे होणगे, पर वो सारियां गल्लां गुरबाणी च नहीं लिखियां गईयां। एक दूसरे की सुख साध हाल चाल पुछदे होणगे पर वो नहीं लिखिया गया। वो एक वक्त आउंदा है, एक समा आउंदा है। धन गुरु नानक साहब कहते जदों मैं एकाग्रचित होना ते अपना ध्यान परमात्मा के चरणों नाल जोड़दा, उदों फिर मेरी रसना ते बैठ के मेरे कंठ विच वस के परमात्मा बोलता गए। उदों फिर जेड़े वो आए हुए बोल हुंदे आ वो मेरे नहीं, मैं सारियां नूं दसदा फिर जैसी मैं आवे खसम की बाणी तैसना करी ज्ञान वे ला लो। फिर वो जेड़े बोल हुंदे आ वो परमात्मा दे बोल हुंदे आ, क्योंकि उस वेले मैं परमात्मा नूं कह दिंदा मैं आपों बोल ना जानदा, मैं कहिया सब हुक्म आओ जियो, मैनू परमात्मा बोलना नहीं आउंदा, जो तुहाडा हुक्म होएगा मैं बोल पवांगा। उस फकीर ने कहा तुहानू परमात्मा दे बोल सुनदे किवें ने, मैनू क्यों नहीं सुनाई दिंदे? धन गुरु नानक साहब कहते फकीर जी मैनू परमात्मा दे रब दे उस अल्लाह ताला खुदाबंद करीम दे बोल उदों सुनाई दिंदे आ जदों मेरा मन चुप कर जाता है। हुण इस बेनती नूं ध्यान नाल सुणो, जदों मेरा मन चुप कर जाता है उदों मैनू रब दी आवाज़ रब दे बोल सुनाई दिंदे ने। अज कई बार की हुंदा है घंटियां बदी कथा कीर्तन गुरबाणी सुन के भी एक भी शब्द साडे जेहन विच नहीं बसदा। घंटियां बदी कीर्तन सुनने तो बाद भी एक अखर एक शब्द सानू एक पंक्ति तक याद नहीं हुंदी। उहदा कारण यही है कि अंदर शोर बहुत है, अंदर रौला बहुत है। तुहानू गुरबाणी गुरु की गल उदों सुनाई देगी, परमात्मा की गल उदों सुनाई देगी जदों अंदर मन चुप कर जाएगा, जदों मन टिकाव विच आ जाएगा। हाँ मन ने परमात्मा के नाम गुरबाणी नाल टिकाव विच आउणा, पर जे असीं दात मंगांगे तां ही आना। जिवें एक गुरसिख ने उस अकाल पुरख वाहिगुरू परमात्मा दे नाल वार्तालाप हुंदी, गुरु नाल बातचीत का जिक्र कीता है। कहंदे एक दिन धन गुरु ग्रंथ साहब ने गुरु साहिबान ने कही अपने प्यारे गुरसिख नूं कहा, कहंदे सिखा तू रोज आउणा मेरे कोल, हर रोज तू मेरे कोल आउणा, मैं देखदा मैनूं याद है तू रोज आउणा, पर हर रोज तू मेरे कोलों कुछ ना कुछ मंगण वास्ते ही आउणा। मैं रोज वेखदा तू आउणा रोज है, पर कुछ ना कुछ संसारी दुनियावी पदार्थ मंगण वास्ते आउणा है। ते गुरु साहब कहंदे मैं तां इन्ना ही कहना चाहुंदा, हर रोज मंगण वास्ते आउणा, मैनूं कदे मिलण वास्ते भी आ जाएगा। मैं तैनूं मिलना चाहुंदा, मैं तेरे नाल कुछ गल्लां करनियां चाहुंदा। जेड़े गुरु नूं मिलण वास्ते आउंदे आ उन्हां नूं गुरु साहब फिर वधाई दिंदे आ, गुरसिखा मन वाधाइयां जिन मेरा सतगुर डिठा राम राजे। उन्हां नूं वधाई दित्ती जांदी है जेड़े गुरु तो मंगण नहीं, केवल गुरु नूं मिलण वास्ते आउंदे, गुरु नाल गलबात करन लई आउंदे आ, अपने अंदरूनी भावना नूं सांझी करन वास्ते आउंदे आ। महाराज कहंदे जिद्दे मिलण आएगा उत्ते गल्लां चलणगीਆਂ ब्रह्म दीयां, जिस दिन मिलण आएगा उस दिन विचार चलेगी निरंकार दी, जिस दिन तू मैनूं मिलण आएगा उस दिन गल चलेगी करतार दी, परमात्मा दी। फिर उस परमात्मा दी सिफत सलाह दे विचों, उस परमात्मा दी विचार दे विचों जिवें जिवें
ਅਸੀਂ ਸ਼ਰਵਣ ਦਰਸ਼ਨ ਕਰਦੇ ਜਾਵਾਂਗੇ, ਪਰਮਾਤਮਾ ਦੀਆਂ ਸਿਫਤਾਂ ਸਾਂਝੀਆਂ ਕਰਦੇ ਜਾਵਾਂਗੇ, ਸੁਣਦੇ ਜਾਵਾਂਗੇ, ਓਵੇਂ ਓਵੇਂ ਪਰਮਾਤਮਾ ਨੂੰ ਮਿਲਣ ਦਾ ਮਨ ਵਿੱਚ ਚਾਅ ਪੈਦਾ ਹੁੰਦਾ ਜਾਏਗਾ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਵੇਖਣ ਦਾ ਚਾਅ, ਫਿਰ ਉਸ ਪਰਮਾਤਮਾ ਨੂੰ ਵੇਖਣ ਦਾ ਮਨ ਵਿੱਚ ਚਾਅ ਪੈਦਾ ਹੋਏਗਾ। ਉਹਨੂੰ ਮਿਲਣ ਦੀ ਮਨ ਵਿੱਚ ਤਾਕ ਵਧੇਗੀ। ਉਹ ਤਾਂ ਹੋਏਗਾ ਜਿਸ ਦਿਨ ਤੂੰ ਮੈਨੂੰ ਮਿਲਣ ਆਇਆ। ਅੱਜ ਆਪਣੇ ਮਨਾਂ 'ਚ ਹੱਥ ਜ਼ਰੂਰ ਮਾਰਿਓ ਕਿ ਅਸੀਂ ਹਰ ਰੋਜ਼ ਗੁਰੂ ਕੋਲ ਕੁਛ ਮੰਗਣੀ ਆਉਂਦੇ ਆ ਕਿ ਜਾਂ ਕਦੇ ਗੁਰੂ ਨੂੰ ਮਿਲਣ ਵਾਸਤੇ ਵੀ ਆਏ। ਆਪਾਂ ਕੀ ਸਾਡਾ ਜਿਹਦੇ ਨਾਲ ਸਨੇਹ ਹੋਵੇ, ਆਪਾਂ ਕਹਿੰਦੇ ਚਲੋ ਅੱਜ ਛੁੱਟੀ ਹੈ, ਅੱਜ ਕੰਮ ਕੋਈ ਨਹੀਂ, ਆਪਣੇ ਮਿੱਤਰ ਨੂੰ ਮਿਲਾਵਾਂ, ਆਪਣੇ ਸੱਜਣ ਨੂੰ ਮਿਲਾਵਾਂ, ਦੋਸਤ ਨੂੰ ਮਿਲਾਵਾਂ। ਮਹਾਰਾਜ ਕਹਿੰਦੇ ਮੈਂ ਤੇਰੇ ਨਾਲ ਮਿੱਤਰਤਾ ਵਾਲਾ ਰਿਸ਼ਤਾ ਵੀ ਰੱਖਿਆ ਹੋਇਆ। ਮੈਂ ਤੇਰੇ ਨਾਲ, ਮਹਾਰਾਜ ਕਹਿੰਦੇ, ਇੱਕ ਦੋਸਤ ਵਾਲਾ ਰਿਸ਼ਤਾ ਵੀ ਰੱਖਿਆ ਹੋਇਆ। ਮੈਂ ਤੇਰੇ ਨਾਲ ਇੱਕ ਭੈਣ ਭਰਾਵਾਂ ਵਾਲਾ ਰਿਸ਼ਤਾ ਵੀ ਰੱਖਿਆ ਹੋਇਆ। ਮੈਂ ਤੇਰੇ ਨਾਲ ਇੱਕ ਮਾਲਕ ਤੇ ਨੌਕਰ ਵਾਲਾ ਰਿਸ਼ਤਾ ਵੀ ਰੱਖਿਆ ਹੋਇਆ। ਗੁਰੂ ਤੇ ਸਿੱਖ ਦਾ ਰਿਸ਼ਤਾ ਤਾਂ ਹੈ ਹੀ ਆ। ਮੈਂ ਤੇਰੇ ਨਾਲ ਸਾਰੇ ਤਰ੍ਹਾਂ ਦੇ ਰਿਸ਼ਤੇ ਰੱਖੇ ਹੋਇਆ। ਕੋਈ ਵੀ ਰਿਸ਼ਤਾ ਜਿਹੜਾ ਤੈਨੂੰ ਚੰਗਾ ਲੱਗਦਾ ਉਹ ਰਿਸ਼ਤਾ ਬਣਾ ਕੇ ਤੂੰ ਮੈਨੂੰ ਮਿਲਣ ਵਾਸਤੇ ਜ਼ਰੂਰ ਆ। ਤੂੰ ਮੈਨੂੰ ਮਿੱਤਰ ਬਣਾ ਕੇ ਆ ਜਾ, ਦੋਸਤ ਬਣ ਕੇ ਆ ਜਾ, ਕਿਉਂਕਿ ਦੋਸਤ ਇੱਕ ਐਸਾ ਰਿਸ਼ਤਾ ਹੈ, ਇਹਨੂੰ ਇੱਕ ਤਾਂ ਅਸੀਂ ਆਪ ਚੁਣਦੇ ਆ। ਇਹ ਰਿਸ਼ਤਾ ਕੋਈ ਸਾਨੂੰ ਬਣਾ ਕੇ ਨਹੀਂ ਦਿੰਦਾ, ਇਹ ਅਸੀਂ ਆਪ ਬਣਾਉਂਦੇ ਆ। ਦੂਸਰੀ ਗੱਲ ਇਸ ਰਿਸ਼ਤੇ ਦੀ ਵਿਲੱਖਣਤਾ ਇਹ ਹੈ, ਜਿਹੜੀ ਗੱਲ ਅਸੀਂ ਸੰਸਾਰ ਵਿੱਚ ਆਪਣੇ ਭੈਣ ਭਰਾ, ਪਤੀ ਪਤਨੀ, ਆਪਸ ਵਿੱਚ ਬੱਚਿਆਂ ਨਾਲ ਕਿਸੇ ਨਾਲ ਸਾਂਝੀ ਨਹੀਂ ਕਰ ਸਕਦੇ, ਮਾਤਾ ਪਿਤਾ ਨਾਲ ਨਹੀਂ ਸਾਂਝੀ ਕਰ ਸਕਦੇ, ਉਹ ਗੱਲ ਇਨਸਾਨ ਆਪਣੇ ਦੋਸਤ ਨਾਲ ਸਾਂਝੀ ਕਰ ਲੈਂਦਾ, ਆਪਣੇ ਮਿੱਤਰ ਨਾਲ ਸਾਂਝੀ ਕਰ ਲੈਂਦਾ ਹੈ। ਤਾਂ ਮਹਾਰਾਜ ਕਹਿੰਦੇ ਤੂੰ ਮਿੱਤਰ ਬਣ ਗਿਆ ਤਾਂ ਕਿ ਮੇਰੇ ਨਾਲ ਹਰ ਇੱਕ ਗੱਲ ਸਾਂਝੀ ਕਰ, ਮੇਰੇ ਨਾਲ ਹਰ ਇੱਕ ਗੱਲ ਖੁੱਲ ਕੇ ਕਰ, ਮੇਰੇ ਨਾਲ ਹਰ ਇੱਕ ਗੱਲ ਨਿਚੱਕ ਹੋ ਕੇ ਕਰ, ਤਾਂ ਕਿ ਤੇਰੇ ਮਨ ਵਿੱਚ ਕੋਈ ਗੱਲ ਰਹਿ ਨਾ ਜਾਏ। ਮੇਰੇ ਕੋਲੇ ਹਰ ਗੱਲ, ਹਰ ਮਸਲੇ ਦਾ ਹੱਲ ਹੈ। ਮੈਂ ਤਾਂ ਤੈਨੂੰ ਪਰਮਾਤਮਾ ਨੂੰ ਮਿਲਾਉਣਾ ਚਾਹੁੰਦਾ। ਤਾਂ ਖੈਰ ਗਰੀਬ ਨਵਾਜ਼ ਪਾਤਸ਼ਾਹ ਨੇ ਕਿਹਾ ਭਾਈ ਇੱਕ ਬਾਹਰੀ ਦਰਸ਼ਨ ਹੈ, ਇੱਕ ਅੰਦਰੂਨੀ ਦਰਸ਼ਨ ਹੈ। ਬਾਹਰੀ ਦਰਸ਼ਨ ਜਦੋਂ ਬਾਬਾ ਜੇਠਾ ਜੀ ਨੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਦੀ ਸਿਫਤ ਆਪਾਂ ਜੁੜੇ ਹੋਏ ਆ, ਜਦੋਂ ਉਹਨਾਂ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕੀਤੇ ਤਾਂ ਭੱਟ ਸਾਹਿਬਾਨ ਕਹਿੰਦੇ ਹੋਇਆ ਕਿ ਬਾਹਰੀ ਤੌਰ ਤੇ ਦਰਸ਼ਨ ਨੇ ਹਲੇ ਗੁਰੂ ਮੁਖ ਦੇ ਗਰੂ ਸੁਖ ਪਾਇਓ। ਇਹ ਪਿੱਛੇ ਵਿਚਾਰ ਚੁੱਕੇ ਆ, ਪਾਵਨ ਸਵਈਆ ਹੈ ਭੱਟਾਂ ਦਾ। ਗੁਰੂ ਮੁਖ ਦੇ ਗਰੂ ਸੁਖ ਪਾਇਓ, ਗੁਰੂ ਦਾ ਅਰਥ ਹੈ ਧੰਨ ਗੁਰੂ ਅਮਰਦਾਸ, ਗਰੂ ਦਾ ਅਰਥ ਹੈ ਬਹੁਤ ਵੱਡਾ। ਜਦੋਂ ਹੀ ਮੈਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਤੱਕਿਆ, ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕੀਤੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਉਸ ਵੇਲੇ ਮੈਨੂੰ ਇੱਕ ਵੱਡੇ ਸੁੱਖ ਦੀ ਦਾਤ ਪ੍ਰਾਪਤ ਹੋਈ। ਵੱਡਾ ਸੁੱਖ ਆਤਮਾ ਦਾ ਸੁੱਖ ਹੈ, ਅੰਦਰ ਆਤਮਾ ਦੇ ਸੁੱਖ, ਉਸ ਵੱਡੇ ਸੁੱਖ ਦੀ ਦਾਤ ਪ੍ਰਾਪਤ ਹੋਈ। ਹੁੱਤੀ ਜੋ ਪਿਆਸ ਪਿਊਸ ਪਵਨ ਕੀ, ਵੰਚਿਤ ਸਿੱਧ ਕੋ ਬਿੰਦ ਮਿਲਾਇਓ, ਪੂਰਨ ਭਉਮਨ ਠੌਰ ਬਸੋ ਰਸ, ਬਾਸਮ ਸਿਉ ਜੋ ਦਮ ਦਿਸਤਾਇਓ, ਗੋਬਿੰਦ ਬਾਲ ਗੋਬਿੰਦਪੁਰੀ ਸਮ ਜਲਨ ਤੀਰ ਬਪਾਸ ਬਣਾਇਓ। ਆਹ ਪੰਕਤੀ ਨੂੰ ਧਿਆਨ ਨਾਲ ਸੁਣਿਓ। ਗੁਰੂ ਦੇ ਦਰਸ਼ਨ ਕਰਕੇ ਪ੍ਰਾਪਤੀ ਕੀ, ਗੁਰੂ ਦੇ ਦਰਸ਼ਨ ਕਰਕੇ ਮਿਲਿਆ ਕੀ? ਮਹਾਰਾਜ ਕਰਿਆ ਗਇਓ ਦੁੱਖ ਦੂਰ ਬਰਖਨ ਕੋ, ਗਇਓ ਦੁੱਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਜਿਹੜੇ ਬਰਖਾ ਕਈ ਸਾਲਾਂ ਦੇ ਮੈਨੂੰ ਦੁੱਖ ਲੱਗੇ ਹੋਏ ਸਨ, ਭਾਵੇਂ ਸਰੀਰ ਦਾ ਹੋਵੇ, ਮਨ ਦਾ ਹੋਵੇ, ਆਤਮਾ ਦਾ ਹੋਵੇ, ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਅੱਜ ਧੰਨ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ ਸਤਿਗੁਰੂ ਦੇ ਦਰਸ਼ਨ ਹੋਏ। ਉਸ ਪੂਰੇ ਸਤਿਗੁਰੂ ਦੇ ਦਰਸ਼ਨ ਹੋਏ। ਉਹਦੇ ਦਰਸ਼ਨ ਕਰਦਿਆਂ ਕਈ ਸਾਲਾਂ ਦੇ ਲੱਗੇ ਹੋਏ ਦੁੱਖ ਇੱਕ ਝਲਕਾਰੇ ਵਿੱਚ ਖਤਮ ਹੋ ਗਏ। ਇੱਕੋ ਹੀ ਉਹਦੀ ਨਜ਼ਰ ਦੇ ਵਿੱਚ ਜਿਹੜੇ ਉਹ ਖਤਮ ਹੋ ਗਏ। ਤਾਂ ਹੀ ਅਸੀਂ ਬਚਨ ਸਾਰਿਆਂ ਨੂੰ ਯਾਦ ਹੈ, ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕਾ ਜਨਮ, ਮਰਨ ਦੁਖ ਜਾਏ ਹੋਵੇ ਸਿਫਤ ਸਮਦੀ, ਨੂਰ ਅਰਸੋਂ ਪੁਰਸੋਂ ਚਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਨ ਜਨਮ ਜਨਮ ਦੀ ਕਟੀਐ। ਤੇਰੇ ਦਰਸ਼ਨਾਂ ਵਿੱਚ ਐਡੀ ਤਾਕਤ ਹੈ, ਇੰਨੀ ਸਮਰੱਥਾ ਹੈ, ਜਿਹਨੇ ਇੱਕ ਵਾਰ ਦਰਸ਼ਨ ਕੀਤੇ ਕਈ ਕਈ ਜਨਮਾਂ ਦੇ ਦੁੱਖ ਖਤਮ ਹੋ ਗਏ। ਕਈ ਕਈ ਜਨਮਾਂ ਦੇ ਜਿਹੜੇ ਆ ਉਹ ਦੁੱਖ ਵਿਰਸ ਜਾਂਦੇ ਆ। ਇਹ ਬਾਹਰੀ ਦਰਸ਼ਨ ਹੈ। ਅੰਦਰੂਨੀ ਦਰਸ਼ਨ ਦੇ ਅਰਥ ਜਿਹੜੇ ਆ ਕਿਸੇ ਨੇ ਸਿਧਾਂਤ ਵੀ ਕੀਤਾ ਹੈ, ਜੀਵਨ ਫਲਸਫਾ ਵੀ ਕੀਤਾ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜਦੋਂ ਸਿੱਧਾ ਪੁਲ ਗਏ ਤਾਂ ਉਹ ਸਿੱਧ ਆਪਸ ਵਿੱਚ ਜਦੋਂ ਵਾਰਤਾਲਾਪ ਤੋਂ ਬਾਅਦ ਵਿਚਾਰ ਕਰ ਰਹੇ ਆ, ਸਿੱਧੀ ਮਨੈ ਵਿਚਾਰਿਆ ਕਿਮ ਦਰਸ਼ਨ ਇਹ ਲੇਵੈ ਬਾਲਾ। ਇੱਥੇ ਦਰਸ਼ਨ ਦਾ ਅਰਥ ਸਿਧਾਂਤ ਹੈ। ਇਹ ਬਾਲਾ, ਇਹ ਬਾਲਕ, ਇਹ ਬੱਚਾ, ਉਹ ਆਪਣੇ ਮਨ 'ਚ ਵਿਚਾਰ ਕਰ ਰਿਹਾ ਵੀ ਇਹ ਸਾਡੇ ਸਿਧਾਂਤ, ਸਾਡੇ ਫਲਸਫੇ ਨੂੰ ਕਿਵੇਂ ਮੰਨੇਗਾ।
ਕਿਵੇਂ ਧਾਰਨ ਕਰੇਗਾ। ਕਿਤੇ ਇਹ ਸਾਡੇ ਪੰਥ ਵਿੱਚ ਆ ਜਾਏ, ਸਾਡੇ ਸਿਧਾਂਤ ਨੂੰ ਮੰਨ ਲਏ, ਸਾਡੇ ਫਲਸਫੇ ਨੂੰ ਮੰਨ ਲਏ, ਤਾਂ ਸਾਰੇ ਸੰਸਾਰ ਵਿੱਚ ਸਾਡੇ ਧਰਮ ਦਾ ਜਿਹੜਾ ਬੋਲਬਾਲਾ ਹੋ ਜਾਏਗਾ। ਸਾਰੇ ਪਾਸੇ ਸਾਡੇ ਨਾਮ ਦੀ ਚਰਚਾ, ਸਾਡੀ ਚਰਚਾ ਹੋ ਜਾਏਗੀ ਜੇ ਇਹ ਬਾਲਕ ਸਾਡੇ ਧਰਮ ਵਿੱਚ ਆ ਜਾਏ। ਉੱਥੇ ਦਰਸ਼ਨ ਦਾ ਅਰਥ ਸਿਧਾਂਤ ਹੈ। ਵੈਸੇ ਸਾਨੂੰ ਮਹਾਰਾਜ ਸਾਹਿਬ ਕਹਿ ਕੇ ਗਏ ਆ ਕਿ ਖਾਲਸਾ ਪੰਥ ਲਈ ਇਹ ਹੁਕਮ ਹੈ, ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਪੂਜਾ ਅਕਾਲ ਕੀ। ਪੂਜਾ ਅਕਾਲ ਪਰਮਾਤਮਾ ਦੀ ਕਰਨੀ ਹੈ ਜਿਹੜਾ ਕਾਲ ਤੋਂ ਰਹਿਤ ਹੈ, ਤੇ ਪਰਚਾ ਸ਼ਬਦ ਦਾ ਹੈ, ਦੀਦਾਰ ਖਾਲਸੇ ਦਾ। ਤਿੰਨ ਚੀਜ਼ਾਂ ਦਾ ਸੁਮੇਲ ਹੈ। ਤੇ ਮਹਾਰਾਜ ਸਾਹਿਬ ਨੇ ਤਾਂ ਸਾਨੂੰ ਦਰਸ਼ਨ ਕਰਨ ਲਈ, ਆਪਣੇ ਸਾਖਸ਼ਤ ਦਰਸ਼ਨ ਕਰਨ ਲਈ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਗੁਰੂ ਸਾਹਿਬ ਦੇ ਬਚਨ ਨੇ। ਹੁਣ ਜੇ ਅਸੀਂ ਇਹਨਾਂ ਥਾਵਾਂ ਤੇ ਦਰਸ਼ਨ ਲੱਭਦੇ ਹਾਂ ਤਾਂ ਠੀਕ ਹੈ। ਜੇ ਇਹਨਾਂ ਥਾਵਾਂ ਨੂੰ ਛੱਡ ਕੇ ਕਿਤੇ ਹੋਰ ਦਰਸ਼ਨ ਲੱਭ ਰਹੇ ਆ, ਫਿਰ ਇਹ ਸਾਡੀ ਗਲਤੀ ਹੈ, ਕਿਉਂਕਿ ਗੁਰੂ ਗਲਤੀ ਕਰ ਨਹੀਂ ਸਕਦਾ। ਗੁਰੂ ਪਾਤਸ਼ਾਹ ਵਿੱਚ ਗਲਤੀ ਕੋਈ ਹੋ ਨਹੀਂ ਸਕਦੀ। ਗੁਰੂ ਤਾਂ ਆਦਿ ਸੱਚ ਜੁਗਾਦ ਸੱਚ ਹੈ। ਗੁਰੂ ਤਾਂ ਜਦੋਂ ਬੋਲਦਾ ਉਹ ਸੱਚ ਬੋਲਦਾ ਹੈ। ਗੁਰੂ ਜਦੋਂ ਬੋਲਦਾ ਹੈ ਉਹ ਪਰਮਾਤਮਾ ਦੇ ਘਰ ਤੋਂ ਆਏ ਹੋਏ ਬੋਲ ਸਾਡੇ ਸਾਹਮਣੇ ਰੱਖਦਾ। ਗੁਰੂ ਨਾਨਕ ਸਾਹਿਬ ਦਾ ਸਾਫ਼ ਕਹਿ ਰਿਹਾ, ਮੈਂ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਹਿੰਦਾ, ਜੋ ਕਹਿੰਦਾ ਪਰਮਾਤਮਾ ਦਾ ਬੁਲਾਇਆ ਹੋਇਆ ਬੋਲ ਰਿਹਾ, ਪਰਮਾਤਮਾ ਦਾ ਬੁਲਾਇਆ ਹੋਇਆ ਬੋਲ ਰਿਹਾ ਹਾਂ। ਜੋ ਬਚਨ, ਜੋ ਸ਼ਬਦ ਪਰਮਾਤਮਾ ਭੇਜ ਰਿਹਾ, ਮੈਂ ਉਹੀ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ। ਤਾਂ ਇਸ ਲਈ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਆ, ਭਾਈ ਦੂਸਰਾ ਜਿਹੜਾ ਅੰਦਰੂਨੀ ਦਰਸ਼ਨ ਹੈ ਉਹ ਸਾਨੂੰ ਬਾਣੀ ਵਿੱਚੋਂ ਹੋਣਾ ਹੈ, ਉਹ ਪਰਮਾਤਮਾ ਦੇ ਨਾਮ ਵਿੱਚੋਂ ਹੋਣਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕੀਤਿਆਂ ਹੋਣਾ ਹੈ। ਬਹੁਤ ਸਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਦੂਸਰਾ ਅੰਦਰੂਨੀ ਦਰਸ਼ਨ ਪਰਮਾਤਮਾ ਦੇ, ਜਿਹੜਾ ਦਰਸ਼ਨਾਂ ਵਿੱਚੋਂ, ਜਿਵੇਂ ਗੁਰਬਿਲਾਸ ਪਾਤਸ਼ਾਹ ਛੇਵੀਂ ਵਾਲਿਆਂ ਨੇ ਵੀ ਲਿਖਿਆ, ਤਾਂ ਮਹਾਰਾਜ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਕਿਹਾ ਕਿ ਮਮ ਆਗਿਆ ਸਭ ਹੀ ਸੁਨੋ, ਸਤ ਬਚਨ ਨਿਰਧਾਰ, ਗੁਰੂ ਗ੍ਰੰਥ ਸੰਮਾਨਿਓ ਭੇਦ ਨਾ ਕੋ ਵਿਚਾਰ। ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ, 10 ਪਾਤਸ਼ਾਹੀਆਂ ਰੂਪੇ ਗੁਰੂ ਗ੍ਰੰਥ ਜੀ ਜਨ ਗੁਰ ਦਰਸ ਜਹ ਦੇਖਣਾ। ਗੁਰੂ ਦੇ ਦਰਸ਼ਨ ਜੇ ਕਰਨਾ ਚਾਹੁੰਦੇ ਹੋ, ਮਹਾਰਾਜ ਕਿੱਥੇ ਕਰੀਏ? ਪਾਤਸ਼ਾਹ ਕਹਿੰਦੇ ਸ੍ਰੀ ਗ੍ਰੰਥ ਦਰਸਾਏ, ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ, ਮੇਰੇ ਦਰਸ਼ਨ ਹੋਣਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜੋ, ਮੇਰੇ ਨਾਲ ਗੱਲਾਂ ਹੋਣਗੀਆਂ। ਬਾਤ ਕਰਨ ਗੁਰ ਸੋ ਚਾਹੇ ਪੜ੍ਹੇ ਗ੍ਰੰਥ ਮਨ ਲਾਏ। ਜੇ ਮੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਤਾਂ ਭਾਈ ਇਸ ਪਾਵਨ ਬਾਣੀ ਨੂੰ ਪੜ੍ਹ ਲੈ, ਤੇਰੀਆਂ ਮੇਰੇ ਨਾਲ ਗੱਲਾਂ ਹੋਣਗੀਆਂ, ਤੇਰੀ ਤੇ ਮੇਰੀ ਵਾਰਤਾਲਾਪ ਹੋਏਗੀ, ਤੇਰੀ ਮੇਰੀ ਸਾਂਝ ਬਣ ਜਾਏਗੀ। तो गरीब नवाज पातशाह कह रहा कि ओ परमात्मा रूप ना रेख ना रंग किछ, त्रे गुण ते प्रभ भिन्न तिसै बुझाए नानका। जिस होवे सो प्रसन्न, परमात्मा दा रंग रूप आकार कोई नहीं है। ओदे आनंद नूं, ओदे झलकारे, ओदे आत्मक सुख नूं, आत्म प्रकाश नूं जे मानना है, ओ गुरबाणी दे दिते हुए परमात्मा दे नाम नूं जप के माणिया जा सकदा है, ओदे नाम नूं हिरदे च वसा के माणिया जा सकदा है, ओदे नाम नूं अठे पैर ध्यान के उस आत्मक सुख नूं माणिया जा सकता है। जिवें एक बार बाबा नानक सिंह जी ना नानकसर वाले वो बैठे ने रागी कथा कीर्तन कर रहे, भाई संता सिंह जी पौना घंटा उन्होंने कीर्तन किया, दर्शन के शब्द पढ़े। किते उन्होंने कहा मेरा मन लोचा गुरदर्शन ताई बिल्क करे चादर की न्याय त्रिखा न उतरे शांत न आवे बिन दर्शन संत प्यारे जी। किते वो कह रहा मिल मेरे प्रीतमा जियो तुद बिन खरी न माणी। इन्हां दे भावना सहित सुन सुन नाम तुम्हारा प्रीतम प्रभ वेखन का चाओ, दया करो कृपा अपने को यह मनोरथ सुआओ। इन्हां दे भावना नाल शब्द पढ़ते गए तां दर्शन प्यासी दिन सरात चित वो अन दिन नीत खोल कपट गुर मेलिया नानक हर सम मीत माई मेरे मन की प्यास। एक खिन रह न सको बिन प्रीतम दर्शन देखन को धारी मन आस। एक खिन भी परमात्मा तेरे बिना रह नहीं सकता, मैं अपने मन में तेरे दर्शनों की आस धारण करके बैठा। तब जो कीर्तन की समाप्ति हुई तो श्री मान बाबा नानक सिंह जी उन्होंने पूछा संता सिंह जी जेडे दर्शना प्रथाए शब्द पढ़ के आए हो, तुसी दर्शना लिए बड़े प्रमाण दिते, पौना घंटा मैं सुनिया, ते कृपा करके ये भी दस दो कि ओदे दर्शन होणगे किवें, ओदे दर्शन हुंदे किवें ने। उन्हें कहा जी रुमाला साहब चौक के दर्शन करो। बाबा नानक सिंह जी ने कहा तो रोज ही करते हैं दर्शन। तो
ਜਿਹੜੇ ਦਰਸ਼ਨਾਂ ਦੀ ਗੱਲ ਬਾਣੀ ਕਰ ਰਹੀ ਆ, ਉਹ ਦੱਸੋ ਕਿਵੇਂ ਹੋਣਗੇ? ਉਹਨਾਂ ਹੱਥ ਜੋੜ ਕੇ ਕਿਹਾ ਕਿ ਸਾਡੀ ਇੰਨੀ ਮੱਤ ਨਹੀਂ ਅਸੀਂ ਦੱਸ ਸਕੀਏ, ਤੁਸੀਂ ਪੂਰਨ ਮਹਾਂਪੁਰਖ ਹੋ, ਤੁਸੀਂ ਕਿਰਪਾ ਕਰਕੇ ਦੱਸੋ। ਕਹਿੰਦੇ ਉਹ ਦਰਸ਼ਨਾਂ ਲਈ ਤਾਂ ਅਰਦਾਸ ਕਰਿਆ ਕਰੋ ਕਿ ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਿਰਪਾ ਕਰ, ਅਸੀਂ ਦਰਸ਼ਨ ਕਰਨਾ ਚਾਹੁੰਦੇ ਆ। ਜਿਹੜਾ ਝਲਕਾਰਾ ਕਦੇ ਤੂੰ ਕੌਡੇ ਰਾਖਸ਼ ਨੂੰ ਬਖਸ਼ਿਆ, ਇੱਕ ਵਾਰ ਕਿਰਪਾ ਕਰ ਉਸੇ ਰੂਪ ਵਿੱਚ ਸਾਨੂੰ ਵੀ ਦਰਸ਼ਨ ਬਖਸ਼। ਜਿਸ ਰੂਪ ਵਿੱਚ ਤੁਸੀਂ ਸੱਜਣ ਠੱਗ ਨੂੰ ਦਰਸ਼ਨ ਦਿੱਤੇ, ਉਸ ਰੂਪ ਵਿੱਚ ਇੱਕ ਵਾਰ ਸਾਨੂੰ ਵੀ ਦਰਸ਼ਨ ਬਖਸ਼ ਦਿਓ। ਜਿਸ ਰੂਪ ਵਿੱਚ ਤੁਸੀਂ ਬਲੀ ਕੰਧਾਰੀ ਨੂੰ ਮਿਲੇ ਸੀ, ਉਸ ਰੂਪ ਵਿੱਚ ਸਾਨੂੰ ਵੀ ਦਰਸ਼ਨ ਬਖਸ਼ ਦਿਓ। ਜਿਸ ਰੂਪ ਵਿੱਚ ਤੁਸੀਂ ਭਾਈ ਲਾਲੋ ਨੂੰ ਮਿਲੇ, ਉਸ ਰੂਪ ਵਿੱਚ ਸਾਨੂੰ ਵੀ ਦਰਸ਼ਨ ਬਖਸ਼ ਦਿਓ। ਜਿਸ ਰੂਪ ਵਿੱਚ ਤੁਸੀਂ ਰਾਜੇ ਸ਼ਿਵਰਾਮ ਨੂੰ ਮਿਲੇ, ਉਸ ਰੂਪ ਵਿੱਚ ਸਾਨੂੰ ਵੀ ਦਰਸ਼ਨ ਬਖਸ਼ ਦਿਓ। ਕਹਿੰਦੇ ਇਦਾਂ ਅਰਦਾਸ ਕਰੋ, ਉਹ ਸਮਾਂ ਆਏਗਾ ਜਦੋਂ ਧੰਨ ਗੁਰੂ ਨਾਨਕ ਸਾਹਿਬ, ਉਹ ਪਰਮਾਤਮਾ ਦਾ ਸਰਗੁਣ ਸਰੂਪ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਨਾਰਾਇਣ ਕਲਾ ਧਾਰ ਜਪ ਮੈਂ ਪਰਵਰਿਓ। ਉਹ ਪਰਮਾਤਮਾ ਦਾ ਸਰੂਪ ਤੁਹਾਨੂੰ ਦਰਸ਼ਨ ਜ਼ਰੂਰ ਬਖਸ਼ੇਗਾ। ਉਹਦੇ ਮਨ ਵਿੱਚ ਭਾਵਨਾ ਬਣਾ ਕੇ ਉਹਨੂੰ ਅਰਦਾਸ ਕਰੋ, ਪੁਕਾਰ ਕਰੋ। ਕਹਿੰਦੇ ਅਫਸੋਸ ਇਸ ਗੱਲ ਦਾ ਕਿ ਅਸੀਂ ਉਹਦੇ ਦਰਸ਼ਨ ਉਦੋਂ ਮੰਗਦੇ ਨਹੀਂ, ਉਹਦੇ ਦਰਸ਼ਨਾਂ ਦੀ ਝਲਕ ਉਦੋਂ ਤੋਂ ਮੰਗਦੇ ਨਹੀਂ। ਸਤਿਗੁਰੂ ਤਾਂ ਹਰ ਵੇਲੇ ਉਡੀਕਦੇ ਆ, ਸਿੱਖਾ ਕਦੇ ਮਿਲਣ ਆਵੇਂ, ਕਦੇ ਮੈਨੂੰ ਮਿਲਣ ਦੀ ਇੱਛਾ ਪ੍ਰਗਟ ਕਰੇ, ਮੈਂ ਹਰ ਵੇਲੇ ਤੈਨੂੰ ਮਿਲਣ ਵਾਸਤੇ ਤਿਆਰ ਬੈਠਾ। ਖੈਰ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦੇ ਦਰਸ਼ਨ ਕਰਨ ਵਾਸਤੇ ਬੜੀ ਦੁਨੀਆ ਨੇ ਯਤਨ ਕੀਤੇ, ਬੜੇ ਤੁਰੇ। ਕਿਸੇ ਨੂੰ ਕਿਸੇ ਵੇਲੇ ਕਿ ਇੱਕ ਖਿੰਨ ਮਾਤਰ ਉਹਦਾ ਝਲਕਾਰਾ ਪ੍ਰਾਪਤ ਹੋਇਆ, ਆਤਮ ਪ੍ਰਕਾਸ਼ ਪ੍ਰਾਪਤ ਹੋਇਆ ਨਹੀਂ। ਯੁੱਗਾਂ ਦੇ ਯੁੱਗ ਬੀਤ ਕੇ ਦੁਨੀਆ ਨੂੰ ਉਹਦੇ ਦਰਸ਼ਨਾਂ ਵਿੱਚ ਬੈਠਿਆ, ਕੋਈ ਆਪਣੀ ਭਗਤੀ ਦੇ ਹੰਕਾਰ ਵਿੱਚ ਰਹਿ ਗਿਆ, ਕਿਸੇ ਦਾ ਜਤ ਸਤ ਭੰਗ ਹੋ ਗਿਆ, ਕਿਸੇ ਨੂੰ ਕੋਈ ਹੋਰ ਲੇਪ ਛੇਪ ਲੱਗ ਗਿਆ, ਕਿਸੇ ਨੂੰ ਕਿਸੇ ਹੋਰ ਵਿਕਾਰ ਨੇ ਕਲੰਕਿਤ ਕਰ ਦਿੱਤਾ, ਉਹ ਦਰਸ਼ਨਾਂ ਤੋਂ ਵਾਂਝੇ ਰਹਿ ਗਏ। ਜਿਨ੍ਹਾਂ ਦਰਸ਼ਨਾਂ ਲਈ ਇੱਛਾ ਪ੍ਰਗਟ ਕੀਤੀ, ਯਤਨ ਕੀਤੇ, ਕੋਸ਼ਿਸ਼ਾਂ ਕੀਤੀਆਂ, ਉਹਨਾਂ ਦਾ ਜ਼ਿਕਰ ਭੱਟ ਮਥਰਾ ਜੀ ਕਰ ਰਹੇ ਨੇ। ਆਓ ਉਸ ਪਰਮਾਤਮਾ ਦੇ ਦਰਸ਼ਨਾਂ ਲਈ ਕੌਣ ਯਤਨਸ਼ੀਲ ਹਨ, ਕਿਵੇਂ ਉਹ ਯਤਨ ਕਰ ਰਹੇ, ਕਿਵੇਂ ਤਪੱਸਿਆ ਕਰ ਰਹੇ ਹਨ, ਪਿਆਰ ਨਾਲ ਸਰਵਣ ਕਰੀਏ ਜੀ। ਜਾ ਕੋ ਮਨ ਧਿਆਨ ਧਰੈ ਫਿਰਤ ਸਗਲ ਜੁਗ, ਕਬ ਹੁਕ ਕੋ ਪਾਵੈ ਆਤਮ ਪ੍ਰਕਾਸ਼ ਕਾ। ਜਾ ਕੋ ਮਨ ਧਿਆਨ ਧਰੈ, ਇੱਥੇ ਵੈਸੇ ਇੱਕ ਮੁਨੀ ਦੀ ਗੱਲ ਹੈ, ਜੇ ਵਿਆਹ ਕਰਨ ਮੁਤਾਬਕ ਇਹਦੇ ਅਰਥ ਕਰਾਂਗੇ। ਕਹਿੰਦੇ ਕੋਈ ਮੁਨੀ ਪਰਮਾਤਮਾ ਦੇ ਧਿਆਨ ਵਿੱਚ ਬੈਠਾ ਹੈ, ਫਿਰਤ ਸਗਲ ਜੁਗ, ਕਈ ਯੁੱਗ ਦਿਨ ਭਾਵੇਂ ਦੁਆਪਰ ਹੋਵੇ, ਤ੍ਰੇਤਾ ਹੋਵੇ, ਸਤਯੁਗ ਹੋਵੇ, ਸਾਰਿਆਂ ਵਿੱਚ ਉਹ ਲੰਘ ਕੇ ਆਇਆ, ਕਲ ਯੁਗ ਵਿੱਚ ਵੀ ਬੈਠਾ ਰਿਹਾ। ਚਲੋ ਇੱਛਾ ਪਰਮਾਤਮਾ ਨੂੰ ਮਿਲਣ ਦੀ ਸੀ, ਧਿਆਨ ਪਰਮਾਤਮਾ ਦਾ ਧਰਿਆ ਹੋਇਆ, ਉਹਦੇ ਦਰਸ਼ਨਾਂ ਵਾਸਤੇ ਉਹ ਬੈਠਾ। ਕਬ ਹੂੰ ਕਬ ਕੋ ਪਾਵੇ, ਕਹਿੰਦੇ ਕਿਤੇ ਕਦਾਈ ਕੋਈ ਇੱਕ ਅੱਧਾ ਨਿਮਕ, ਇੱਕ ਅੱਧਾ ਉਹ ਪਲ, ਉਹ ਝਲਕਾਰਾ ਆਇਆ, ਆਤਮ ਪ੍ਰਕਾਸ਼ ਪਾਓ। ਕਹਿੰਦੇ ਕੋਈ ਵਿਰਲਾ ਹੀ ਹੈ ਜਿਨ੍ਹਾਂ ਨੂੰ ਇੱਕ ਖਿੰਨ ਮਾਤਰ ਉਸ ਪਰਮਾਤਮਾ ਦੇ ਆਤਮ ਪ੍ਰਕਾਸ਼, ਮਤਲਬ ਆਤਮਾ ਜਿਹੜੀ ਹੈ ਉਹਦੇ ਅੰਦਰ ਜਿਹੜਾ ਉਹ ਪ੍ਰਕਾਸ਼, ਪਰਮਾਤਮਾ ਦੇ ਨਾਮ ਦਾ ਪ੍ਰਕਾਸ਼, ਕਿਉਂਕਿ ਆਤਮਾ ਦੀ ਪਿਆਸ ਜਿਹੜੀ ਹੈ ਨਾ ਉਹ ਪਰਮਾਤਮਾ ਹੈ। ਸਰੀਰ ਨੂੰ ਮਿਲਣਾ ਲੋਚਦਾ ਹੈ, ਮਨ ਦੀ ਭੁੱਖ ਵਿਚਾਰ ਹੁੰਦੀ ਆ। ਜਦੋਂ ਮਨ ਨੂੰ ਭੁੱਖ ਲੱਗਦੀ ਹੈ ਨਾ, ਇਹਦਾ ਹੁੰਦਾ ਕਿ ਮੇਰੇ ਨਾਲ ਆ ਕੇ ਕੋਈ ਗੱਲਾਂ ਕਰੇ, ਭਾਵੇਂ ਚੰਗੀਆਂ ਮਾੜੀਆਂ, ਜਿਹੋ ਜਿਹੀ ਇੱਛਾ ਅੰਦਰ ਬਣੀ ਹੋਵੇ। ਮਨ ਭੁੱਖਾ ਹੈ ਵਿਚਾਰਾਂ ਦਾ, ਸਰੀਰ ਭੁੱਖਾ ਹੈ ਸਰੀਰਾਂ ਦਾ, ਤੇ ਆਤਮਾ ਦੀ ਤਾਂ ਭੁੱਖ ਹੀ ਪਰਮਾਤਮਾ ਹੁੰਦੀ ਹੈ, ਆਤਮਾ ਦੀ ਤਾਂ ਭੁੱਖ ਹੀ ਪਰਮੇਸ਼ਰ ਹੁੰਦੀ ਹੈ। ਆਤਮਾ ਨੂੰ ਕੋਈ ਹੋਰ ਭੁੱਖ ਨਹੀਂ ਹੁੰਦੀ, ਆਤਮਾ ਨੂੰ ਭੁੱਖ ਪਰਮਾਤਮਾ ਦੀ। ਹੁਣ ਜੇ ਤੁਸੀਂ 36 ਪ੍ਰਕਾਰ ਦੇ ਪਦਾਰਥ ਬਣਾ ਕੇ ਕਹੋ ਆਤਮਾ ਤੂੰ ਖਾ ਲਾ, ਛਕ ਲਾ, ਤੂੰ ਰੱਜਦਾ, ਕਿ ਉਹਨੂੰ ਕੋਈ ਵਾਸਤਾ ਨਹੀਂ ਉਹਨਾਂ ਗੱਲਾਂ ਨਾਲ। ਚੰਗੇ ਕੱਪੜੇ ਤੁਸੀਂ ਦੋਗੇ ਆਤਮਾ ਤੋਂ ਪਹਿਲਾਂ, ਉਹਨੂੰ ਕੋਈ ਵਾਸਤਾ ਨਹੀਂ ਉਹਨਾਂ ਨਾਲ। ਤੁਸੀਂ ਚੰਗੇ ਸੁਖ ਆਰਾਮ ਦੇ ਸਾਧਨ ਦਿਓ, ਆਤਮਾ ਕਹਿੰਦੀ ਮੈਂ ਕੀ ਕਰਨਿਆ, ਮੇਰਾ ਤਾਂ ਵਾਸਤਾ ਪਰਮਾਤਮਾ ਨਾਲ ਹੈ। ਪਰਮਾਤਮਾ ਮਿਲਾ ਦਿਓ, ਮੇਰੀਆਂ ਸਾਰੀਆਂ ਭੁੱਖਾਂ ਖਤਮ ਨੇ। ਪਰਮਾਤਮਾ ਮਿਲਾ ਦਿਓ, ਮੇਰਾ ਆਵਾਗਾਉਣ ਦਾ ਸਫ਼ਰ ਖਤਮ ਹੈ। ਪਰਮਾਤਮਾ ਮਿਲਾ ਦਿਓ, ਮੈਨੂੰ ਨਿੱਜ ਘਰ ਮਿਲ ਜਾਏਗਾ, ਮੇਰਾ ਆਵਾਗਾਉਣ ਦਾ ਚੱਕਰ ਖਤਮ ਹੋ ਜਾਏਗਾ। ਆਤਮ ਪ੍ਰਕਾਸ਼ ਪਾਓ। ਕਈ ਜੁਗਾਂਤਰਾਂ ਬੈਠੇ ਹੋਏ ਕੋਈ ਮੁਨੀ ਜਨ ਨੇ ਕਿਸੇ ਨੂੰ ਹੀ, ਬਿਰਲੇ ਨੂੰ ਹੀ ਆਤਮ ਪ੍ਰਕਾਸ਼, ਕਿਤੇ ਕਦਾਈਓ ਪਰਮਾਤਮਾ ਦੀ ਰੱਬੀ ਰਹਿਮਤ ਵਰਤਦੀ ਹੈ, ਕਿਤੇ ਉਹਨੇ ਆਪਣਾ ਝਲਕਾਰਾ ਬਖਸ਼ਿਆ। ਸਾਰਿਆਂ ਨੂੰ ਨਹੀਂ, ਹਰ ਵੇਲੇ ਨਹੀਂ, ਕਦੇ ਕਦਾਈ ਕਿਸੇ ਨੂੰ ਉਸ ਆਤਮ ਪ੍ਰਕਾਸ਼, ਆਤਮ ਗਿਆਨ, ਪਰਮਾਤਮਾ ਦੇ ਬ੍ਰਹਮ ਗਿਆਨ ਦਾ ਝਲਕਾਰਾ ਮਿਲਿਆ ਹੈ। ਵੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾਗੋ, ਸਿਵ ਮਨ ਵਹਿ ਨਾਤ ਜਾਤ ਕਬਿਲਾਸ ਗਾਓ। ਵੇਦ ਬਾਣੀ ਸਹਿਤ, ਵੇਦਾਂ ਦੀ ਬਾਣੀ ਸਹਿਤ, ਬਿਰੰਚ ਦਾ ਅਰਥ ਹੈ ਬ੍ਰਹਮਾ ਜੀ। ਕਹਿੰਦੇ
ਵੇਦਾਂ ਦੀ ਬਾਣੀ ਸਹਿਤ ਗਾਇਨ ਕਰ ਰਹੇ ਨੇ। ਬ੍ਰਹਮਾ ਜੀ ਨੂੰ 10 ਲੱਖ ਸਾਲ 10 ਲੱਖ ਵਰਾ ਉਹਨਾਂ ਨੇ ਭਗਤੀ ਕੀਤੀ ਕਿ ਪ੍ਰਮਾਤਮਾ ਮਿਲ ਜਾਏ। ਖੈਰ ਚਲੋ ਪ੍ਰਮਾਤਮਾ ਦੇ ਦਰਸ਼ਨ ਦੀਦਾਰ ਹੋਏ, ਇੱਕ ਨਿਮਕ ਲਈ ਹੋਏ, ਇੱਕ ਪਲ ਲਈ ਹੋਏ, ਲੰਬਾ ਸਮਾਂ ਹੋਏ, ਉਹਨਾਂ ਦਾ ਵਿਸ਼ਾ ਹੈ। ਉਹਨਾਂ ਦੀਆਂ ਪੁਰਾਣਕ ਕਥਾਵਾਂ ਗੁਰੂ ਸਾਹਿਬਾਨ ਨੇ ਬਾਣੀ ਅੰਦਰ ਵਿੱਚ ਨਾ ਕਈ ਪੁਰਾਣਕ ਕਥਾਵਾਂ ਦਾ ਬੜਾ ਜ਼ਿਕਰ ਕੀਤਾ ਹੈ। ਪਾਰਸ ਦਾ ਜ਼ਿਕਰ ਵਾਰ-ਵਾਰ ਹੈ, ਹੰਸ ਦਾ ਜ਼ਿਕਰ ਕੱਲ ਵੀ ਆਪਾਂ ਹੰਸ ਦਾ ਜ਼ਿਕਰ ਕੀਤਾ, ਪਰ ਆਪਣੇ ਵਿੱਚੋਂ ਕਿਸੇ ਨੇ ਹੰਸ ਵੇਖਿਆ ਨਹੀਂ ਹੋਣਾ, ਕਿਸੇ ਨੇ ਪਾਰਸ ਵੇਖਿਆ ਨਹੀਂ ਹੋਣਾ। ਪਰ ਉਸ ਵੇਲੇ ਦੀਆਂ ਜਿਹੜੀਆਂ ਪ੍ਰਚਲਿਤ ਗੱਲਾਂ ਸਨ, ਪਾਤਸ਼ਾਹ ਨੇ ਇਹਨਾਂ ਗੱਲਾਂ ਨੂੰ ਉਦਾਹਰਨ ਦੇ ਵਜੋਂ ਲੈ ਕੇ ਆਧਾਰ ਨਾਮ ਦਾ ਬਣਾ ਦਿੱਤਾ, ਆਧਾਰ ਆਪਣੀ ਗੱਲ ਦਾ ਬਣਾ ਦਿੱਤਾ। ਇਹਨਾਂ ਉਦਾਹਰਨਾਂ ਵਿੱਚ ਗੱਲ ਆਪਣੀ ਰੱਖ ਦਿੱਤੀ, ਗੱਲ ਨਾਮ ਦੀ ਰੱਖ ਦਿੱਤੀ। ਕਿ ਕਦੇ ਹੰਸ ਦੀ ਗੱਲ ਚੱਲੀ ਤਾਂ ਮਹਾਰਾਜ ਨੇ ਗੁਰਸਿੱਖਾਂ ਨੂੰ ਹੰਸ ਕਹਿ ਦਿੱਤਾ, ਪਾਰਸ ਦੀ ਗੱਲ ਚੱਲੀ ਗੁਰੂ ਪਾਰਸ ਨੂੰ ਗੁਰੂ ਨਾਲ ਤੁਲਨਾ ਦੇ ਦਿੱਤੀ ਕਿ ਭਾਈ ਪਾਰਸ ਬਾਹਰਲਾ ਕਿਸੇ ਨੇ ਵੇਖਿਆ ਪਤਾ ਨਹੀਂ ਵੇਖਿਆ, ਬਾਹਰਲੇ ਪਾਰਸ ਨੂੰ ਕਿਸੇ ਧਾਤ ਨੂੰ ਕਿਸੇ ਨੇ ਸੋਨਾ ਬਣਾਉਂਦਿਆਂ ਵੇਖਿਆ ਨਹੀਂ ਵੇਖਿਆ, ਪਰ ਗੁਰੂ ਤਾਂ ਐਸਾ ਪਾਰਸ ਹੈ। ਗੁਰ ਪਾਰਸ ਹਮ ਲੋ ਬਿਲ ਕੰਚਨ ਹੋਆ ਰਾਮ। ਗੁਰੂ ਪਾਰਸ ਕੋਲ ਆ ਕੇ ਤਾਂ ਇੱਥੇ ਬੜੇ ਅਸੀਂ ਕੰਚਨ ਬਣਦੇ ਵੇਖਿਆ। ਗੁਰੂ ਪਾਰਸ ਕੋਲ ਆ ਕੇ ਮਾਧੋ ਦਾਸ ਬਰਾਗੀ ਬਾਬਾ ਬੰਦਾ ਸਿੰਘ ਬਹਾਦਰ ਬਣ ਗਿਆ। ਗੁਰੂ ਪਾਰਸ ਕੋਲ ਆ ਕੇ ਆਮ ਦੀਪਾ ਬਾਬਾ ਦੀਪ ਸਿੰਘ ਬਣ ਗਿਆ। ਗੁਰੂ ਪਾਰਸ ਕੋਲ ਆ ਕੇ ਭਾਈ ਮਨੀ ਰਾਮ ਸ਼ਹੀਦ ਭਾਈ ਮਨੀ ਸਿੰਘ ਬਣ ਗਿਆ। ਗੁਰੂ ਪਾਰਸ ਕੋਲ ਆ ਕੇ ਇੱਕ ਹੰਕਾਰੀ ਪੰਡਤ ਲਾਲ ਚੰਦ ਸਤਿਕਾਰਯੋਗ ਭਾਈ ਲਾਲ ਸਿੰਘ ਬਣ ਗਿਆ। ਗੁਰੂ ਪਾਰਸ ਕੋਲ ਆ ਕੇ ਤਾਂ ਉਹ ਇੱਕ ਲਿਸਟ ਲੰਮੀ ਹੈ, ਲੰਮੀ ਕਤਾਰ ਹੈ, ਕਿੰਨੇ ਕੁ ਲੋਹੇ ਵਰਗੇ ਜੀਵਨ ਵਾਲੇ ਆਏ ਜਿਹੜੇ ਕੰਚਨ ਵਰਗੇ ਬਣ ਗਏ। ਇਸ ਗੁਰੂ ਪਾਰਸ ਨੂੰ ਤਾਂ ਅਸੀਂ ਵੇਖਿਆ ਨਾ, ਇਹ ਕਿਵੇਂ ਆਪਣੇ ਚਰਨਾਂ ਦੀ ਸ਼ੋਭ ਗੁਰੂ ਉਪਦੇਸ਼ ਦੇ ਕੇ ਆਪਣਾ ਅੰਤਰ ਆਤਮਾ ਅਧਿਆਤਮ ਦਾ ਗਿਆਨ ਬਖਸ਼ ਕੇ, ਬ੍ਰਹਮ ਗਿਆਨ ਬਖਸ਼ ਕੇ, ਸੇਵਾ ਤੇ ਸਿਮਰਨ ਦੀ ਦਾਤ ਬਖਸ਼ ਕੇ ਇਹ ਗੁਰੂ ਕਿਵੇਂ ਕਿਸੇ ਲੋਹੇ ਵਰਗੇ ਜੀਵਨ ਵਾਲੇ ਨੂੰ। ਬਾਬਾ ਅਮਰਦਾਸ ਨੇ ਤਾਂ ਆਪ ਕਿਹਾ, ਮੈਂ ਨਾਮ ਦਾ ਹੀ ਅਮਰ ਸੀ ਪਰ ਅਮਰ ਨਹੀਂ ਸੀ ਹੋਇਆ। 60 ਸਾਲ ਦੀ ਉਮਰ ਤੱਕ ਮੇਰੀ ਜ਼ਿੰਦਗੀ 'ਚ ਧੱਕਿਆਂ ਤੋਂ ਸਿਵਾਏ, ਠੋਕਰਾਂ ਤੋਂ ਸਿਵਾਏ ਕੁਛ ਨਹੀਂ ਸੀ। ਮੇਰਾ ਜੀਵਨ ਤਾਂ ਇੰਨਾ ਮਨੂਰ ਹੋ ਗਿਆ, ਕੱਲਾ ਲੋਹਾ ਨਹੀਂ, ਜਿਹੜਾ ਲੋਹਾ ਬਹੁਤਾ ਸੜ ਜਾਏ ਉਹ ਮਨੂਰ ਹੋ ਜਾਂਦਾ ਹੈ। ਮਨੂਰ ਹੋਏ ਲੋਹੇ ਨੂੰ ਲੋਹਾਰ ਘਰਾਂ ਤੋਂ ਬਾਹਰ ਸੜ ਦਿੰਦੇ ਆ, ਕਿਉਂਕਿ ਉਹਦਾ ਬਣ ਕੁਛ ਨਹੀਂ ਸਕਦਾ, ਉਹ ਜ਼ਿਆਦਾ ਸੜ ਗਿਆ, ਜ਼ਿਆਦਾ ਸੇਕ ਲੱਗ ਗਿਆ। ਉਸ ਲੋਹੇ ਨੂੰ ਲੋਕ ਘਰ ਵਿੱਚ ਰੱਖਣ ਲਈ ਲੋਹਾਰ ਜਿਹੜੇ ਤਿਆਰ ਨਹੀਂ ਹੁੰਦੇ। ਬਾਬਾ ਅਮਰਦਾਸ ਕਹਿੰਦੇ, ਮੈਂ ਉਸ ਲੋਹੇ ਸੜੇ ਹੋਏ ਲੋਹੇ ਮਨੂਰ ਵਰਗਾ ਮੇਰਾ ਮਨ ਹੋ ਚੁੱਕਿਆ ਸੀ। ਮੈਨੂੰ ਨਾ ਘਰ ਵਿੱਚ ਚੈਨ, ਨਾ ਬਾਹਰ ਚੈਨ। ਮੈਂ ਤਾਂ ਹਾਈ ਨਗੋਰੇ ਦਾ ਤਾਂ ਮੂੰਹ ਵੇਖਣਾ ਵੀ, ਮੱਥੇ ਲਾਉਣਾ ਵੀ ਉਹਨੂੰ ਚੰਗਾ ਨਹੀਂ। ਪਰ ਮੈਂ ਗੁਰੂ ਅੰਗਦ ਸਾਹਿਬ ਕੋਲ ਗਿਆ। ਗੁਰੂ ਇਹੋ ਜਿਹਾ ਪਾਰਸਵਤ ਗੁਰੂ ਅੰਗਦ ਸਾਹਿਬ ਮੈਨੂੰ ਮਿਲੇ। ਮੇਰੇ ਸੜ ਚੁੱਕੇ ਇਸ ਸੜੇ ਹੋਏ ਮਨੂਰ ਮਨ ਨੂੰ ਚਰਨਾਂ ਦੀ ਸ਼ੋਭ, ਆਪਣਾ ਰੱਬੀ ਅਧਿਆਤਮਕ ਗਿਆਨ ਬਖਸ਼ ਕੇ, ਬ੍ਰਹਮ ਗਿਆਨ ਸੇਵਾ ਤੇ ਸਿਮਰਨ ਬਖਸ਼ ਕੇ, ਰੱਬੀ ਗੁਣ ਮੈਨੂੰ ਬਖਸ਼ ਕੇ ਉਸੇ ਨਥਾਵੇ ਅਮਰਦਾਸ ਨੂੰ ਧੰਨ ਗੁਰੂ ਅਮਰਦਾਸ ਬਣਾ ਦਿੱਤਾ। ਇੱਥੇ ਭਾਈ ਗੁਰੂ ਪਾਰਸ ਹੈ, ਇੱਥੇ ਗੁਰੂ ਪਾਰਸ ਦੇ ਚਰਨਾਂ ਨਾਲ ਲੱਗ ਕੇ ਕਈ ਕੰਚਨ ਵਰਗੇ ਕੀਮਤੀ ਬਣ ਗਏ, ਸਤਿਕਾਰਯੋਗ ਸਨਮਾਨਯੋਗ ਗੁਰਮੁਖ ਸੰਤ ਪਿਆਰੇ ਬ੍ਰਹਮ ਗਿਆਨੀ ਬਣ ਗਏ। ਇਹ ਗੁਰੂ ਦੇ ਘਰ ਵਿੱਚ ਦਾਤਾ। ਮਹਾਰਾਜ ਕਹਿੰਦੇ ਆ, ਇੱਥੇ ਬ੍ਰਹਮਾ ਜੀ ਵਰਗਿਆਂ ਨੂੰ 10-10 ਲੱਖ ਵਰਾ ਪਰਮਾਤਮਾ ਦੇ ਧਿਆਨ 'ਚ ਬੈਠਣਾ ਪਿਆ। ਉਹ ਆਪਣੇ ਵੇਦਾਂ ਦੀ ਬਾਣੀ ਜਿਹੜੀ ਆ ਉਹ ਪਰਮਾਤਮਾ ਦੇ ਜਸ ਨਾਲ ਜੋੜ ਕੇ ਉਸ ਵੇਦਾਂ ਦੀ ਬਾਣੀ ਨੂੰ ਗਾ ਰਹੇ ਹਨ। ਜਾਪੋ शिव मुन गह नत जात कबलास को शिव जी भगवान 88,000 साल कबलास का मतलब कैलाश पर्वत पे बैठ के उन्होंने तप किया है कि परमात्मा मिले, परमात्मा के चरणों का ध्यान धरिया। कैलाश पर्वत ते शांति है, रमणीक है, शोर शराबा नहीं, टिका है। दुनिया तो पासे होकर उन्हें कैलाश पर्वत को छड्डण लई तैयार नहीं कि कदे इत्थे बैठे मैनूं उहदे दर्शन हो जाण, इत्थे बैठे मैं परमात्मा च भेद हो जा। शिव जी भगवान ब्रह्मा जी ये सारे उहदी तपस्या में जुड़े हुए ने। बाबा फरीद साहब कहते मैनूं भी उहदे दर्शनां दी आस लगी रही। मेरा शरीर व्याकुल हो गया, मेरा शरीर आकुल हो गया, मेरा शरीर कृश कमजोर हो गया, पर मैं फिर भी परमात्मा के चरणों च भरोसा रखिया। फरीदा तन सुका पिंजर थिया, तलियां खुंड है काग, अजय सुरख ना मोड़े देख बंदे के भाग। काका क्रक टोलिया सगला खाया मांस, ए दोए नैना मत चो फिर देखन की आस। मैं उस कां नूं कहा सी अखां छड्ड दे क्योंकि हले भी आस है मेरा प्यारा आएगा। मैं उहदे दर्शन करने हैं, मैं उस अपने प्यारे नूं मिलना है। तो महाराज कहते नहीं, इत्थे बड़ियां लंबियां लंबियां समाधियां ला के बैठे
ਕਿਸੇ ਬਿਰਲੇ ਨੂੰ ਇੱਕ ਥਿਨ ਮਾਤਰ ਉਹਦਾ ਝਲਕਾਰਾ ਮਿਲਿਆ ਹੈ, ਤੇ ਨਹੀਂ ਤਾਂ ਇੱਥੇ ਬਹੁਤਾਤ ਜਿਹੜੇ ਆ ਧਰਮ ਦੇ ਅਡੰਬਰ, ਧਰਮ ਦੇ ਭੇਦ ਲਿਵਾਸ, ਇੱਕ ਸ਼ੋਰ ਸ਼ਰਾਬਾ ਪਾ ਕੇ ਕਿ ਰੱਬ ਸਾਡੇ ਕੋਲ ਆ, ਅਸੀਂ ਰੱਬ ਵੇਖਿਆ, ਝੂਠਾ ਪ੍ਰਚਾਰ ਕਰਕੇ ਦੁਨੀਆ ਤੋਂ ਚਲੇ ਗਏ ਹਨ। ਜਾ ਕਉ ਜੋਗੀ ਜਤੀ ਸਿਧ ਸਾਧਕ ਅਨੇਕ ਤਪ, ਜਟਾ ਝੂਠ ਪੇ ਜਟਾ ਝੂਠ ਭੇਖ ਕੀਏ ਫਿਰਤੇ ਉਦਾਸ ਕਾ। ਜਾਪੋ ਜੋਗੀ, ਜੋਗੀ ਗੋਰਖਨਾਥ ਵਰਗੇ, ਜਤੀ ਲక్ష్మణ ਹੈ, ਦੱਤਾਤਰੇय ਹੈ, ਹਨੂਮਾਨ ਜੀ ਨੇ, ਇਹਨਾਂ ਜਤੀ ਲੋਕਾਂ ਨੇ ਵੀ ਸਿੱਧ ਜਿਹੜੇ ਆ ਪੁੱਗੇ ਹੋਏ ਲੋਕ, ਸਿੱਧੀਆਂ ਹਾਸਲ ਕੀਤੀਆਂ ਨੇ, ਸਾਧਕ ਜਿਹੜੇ ਉਸ ਪਰਮਾਤਮਾ ਦੀ ਸਾਧਨਾ ਵਿੱਚ ਲੱਗੇ ਹੋਏ ਨੇ, ਅਨੇਕ ਤਪ ਜਿਨ੍ਹਾਂ ਨੇ ਗੌਤਮ ਰਿਖੀ ਵਰਗਿਆਂ ਨੇ ਜਿਨ੍ਹਾਂ ਨੇ ਤਪੱਸਿਆ ਘੋਰ ਕੀਤੀ, ਜਟਾ ਝੂਠ ਭੇਖ ਕੇ ਉਹ ਪਰਮਾਤਮਾ ਦੇ ਦਰਸ਼ਨਾਂ ਲਈ ਕਿਸੇ ਨੇ ਜਟਾਂ ਵਧਾ ਲਈਆਂ, ਜਟਾਂ ਬਹੁਤੀਆਂ ਹੋ ਜਾਣ ਫਿਰ ਉਹਨਾਂ ਦਾ ਜੂੜਾ ਕਰ ਲਿਆ, ਬਹੁਤੇ ਕੇਸ ਹੁਣ ਤਾਂ ਹੀ ਜਟਾਂ ਬਣਦੀਆਂ, ਥੋੜੇ ਕੇਸਾਂ ਦੀਆਂ ਨਹੀਂ। ਕਿਸੇ ਨੇ ਸਵਾਹ, ਕਿਸੇ ਨੇ ਬਰੋਟੇ ਦਾ ਦੁੱਧ ਪਾ ਕੇ ਉਹਨਾਂ ਨੂੰ ਜਟਾਂ ਬਣਾ ਕੇ ਸੋਚਿਆ ਵੀ ਰੱਬ ਦੇ ਦਰਸ਼ਨ ਹੋ ਜਾਣ, ਫਿਰ ਉਦਾਸ ਹੋ। ਇੱਥੇ ਦੋ ਅਰਥ, ਸੰਪਰਦਾਈ ਅਰਥ ਇਹ ਕੀਤੇ ਆ ਕਿ ਫਿਰ ਜਦੋਂ ਇੰਨਾ ਕੁਛ ਕਰਨ ਤੋਂ ਬਾਅਦ ਵੀ ਨਾ ਮਿਲਿਆ, ਹੁਣ ਉਦਾਸ ਹੋਏ, ਉਪਰਾਮ ਹੋਏ ਫਿਰਦੇ ਨੇ। ਤੇ ਕਿਸੇ ਨੇ ਅਰਥ ਇਹ ਕੀਤਿਆ ਕਿ ਫਿਰ ਉਦਾਸ ਕੋ, ਕਈਆਂ ਨੇ ਉਦਾਸੀਆਂ ਵਾਲਾ ਭੇਖ ਵੀ ਧਾਰਨ ਕੀਤਾ ਕਿ ਪਰਮਾਤਮਾ ਦੇ ਦਰਸ਼ਨ ਹੋ ਜਾਣ। ਇੰਨੇ ਲੋਕ ਜਿਨ੍ਹਾਂ ਨੇ ਯਤਨ ਕੀਤੇ, ਇਹਨਾਂ ਵਿੱਚੋਂ ਕਿਸੇ ਨੂੰ ਦਰਸ਼ਨ ਹੋਏ, ਪਰ ਸਾਡੇ ਲਈ ਧੰਨ ਗੁਰੂ ਅਮਰਦਾਸ, ਗੁਰੂ ਰਾਮਦਾਸ ਪਰਮਾਤਮਾ ਨੇ, ਗੁਰੂ ਨਾਨਕ ਸਾਹਿਬ ਨੇ ਇੰਨਾ ਸੌਖਾ ਕਲਯੁਗ ਦੇ ਵਿੱਚ ਕਰ ਦਿੱਤਾ ਹੈ। ਪਰ ਮਥੁਰਾ ਜੀ ਕਹਿ ਰਹੇ ਨੇ, ਪਿਆਰ ਨਾਲ ਸੁਣੋ ਜੀ। ਸੋ ਤਿਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ ਜੀ, ਨਾਮ ਕੀ ਵਡਾਈ ਦਈ ਗੁਰ ਰਾਮਦਾਸ ਗਾਓ। ਸੋ ਤਿੰਨ ਸਤਿਗੁਰ ਕੌਣ ਹੈ? ਧੰਨ ਗੁਰੂ ਅਮਰਦਾਸ ਪਾਤਸ਼ਾਹ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸੁਖ ਪਾਏ। ਸੁਖ ਪਾਏ ਦੇ ਅਰਥ ਵੀ ਦੋ ਨੇ, ਸੰਪਰਦਾਈ ਅਰਥ ਇਹ ਕਰ ਰਹੇ ਆ ਕਿ ਦੁਨੀਆ ਨੂੰ ਸੁਖ ਦੇਣ ਵਾਸਤੇ, ਸੁਖ ਪ੍ਰਦਾਨ ਕਰਨ ਵਾਸਤੇ। ਕਿਤੇ ਉਹਨਾਂ ਅਰਥ ਇਹ ਵੀ ਕੀਤਾ ਕਿ ਸੁਤੇ ਸਿੱਧ ਹੀ ਸੁਧ ਪਾਏ ਕਿਰਪਾ ਧਾਰੀ ਜੀ, ਇਸ ਜੀਵ ਜੰਤੂਆਂ ਦੇ ਉੱਤੇ, ਸੰਸਾਰ ਉੱਤੇ, ਮਨੁੱਖਤਾ ਉੱਤੇ ਆਪਣੀ ਉਹਨਾਂ ਨੇ ਕਿਰਪਾ ਕੀਤੀ। ਕਿਰਪਾ ਦੇ ਘਰ ਵਿੱਚ ਆ ਕੇ, ਦਇਆ ਦੇ ਘਰ ਵਿੱਚ ਆ ਕੇ, ਰਹਿਮਤਾਂ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਨੇ ਸੋਚਿਆ ਵੀ ਸਤਿਯੁਗ ਦਾ ਸਮਾਂ ਸੀ, ਲੋਕਾਂ ਦੀ ਲੱਖਾਂ ਵਰਿਆਂ ਦੀ ਉਮਰ, ਲੱਖਾਂ ਸਾਲ ਲੋਕ ਭਗਤੀ 'ਚ ਬੈਠੇ ਰਹਿੰਦੇ ਸਨ, ਕਿਸੇ ਨੂੰ ਰੱਬ ਮਿਲਦਾ ਸੀ, ਕਿਸੇ ਨੂੰ ਨਹੀਂ ਮਿਲਦਾ। ਸਤਿਯੁਗ ਸਤ, ਕਿਸੇ ਨੇ ਉਸ ਵੇਲੇ ਸਤ ਬੋਲਣਾ ਧਰਮ ਸਮਝਿਆ। ਤ੍ਰੇਤਾ ਜਗੀ, ਤ੍ਰੇਤਾ ਯੁੱਗ ਆਇਆ, ਲੰਬੀਆਂ ਸਮਾਧੀਆਂ ਲੱਗੀਆਂ, ਲੰਬੀਆਂ ਉਮਰਾਂ ਸਨ, ਜਗ ਕਰਕੇ ਰੱਬ ਨੂੰ ਪਾਉਣਾ ਚਾਹਿਆ। ਦੁਆਪਰ ਪੂਜਾ ਚਾਰ, ਦੁਆਪਰ ਆਇਆ, ਦੁਆਪਰ ਦੇ ਵਿੱਚ ਪੂਜਾ ਅਰਚਨਾ ਕਰਕੇ ਰੱਬ ਨੂੰ ਪਾਉਣਾ ਚਾਹਿਆ। ਲੰਬੀਆਂ ਸਮਾਧੀਆਂ ਉਦੋਂ ਵੀ ਲੱਗੀਆਂ ਕਿਉਂਕਿ ਲੋਕਾਂ ਦੀਆਂ ਉਮਰਾਂ ਬੜੀਆਂ ਲੰਬੀਆਂ ਸਨ। ਕਲਯੁਗ ਆਇਆ, ਉਮਰਾਂ ਘਟ ਗਈਆਂ। ਇਸ ਘੱਟ ਉਮਰਾਂ ਦੇ ਵਿੱਚ ਪਰਮਾਤਮਾ ਨੇ ਹੀਰੇ ਦੀ ਤਰ੍ਹਾਂ, ਜਿਵੇਂ ਹੀਰਾ ਨਿੱਕਾ ਹੁੰਦਾ, ਛੋਟਾ ਹੁੰਦਾ, ਪਰ ਜਦੋਂ ਦੀ ਕੀਮਤ ਪਾਓ, ਘਰਾਂ ਦੇ ਘਰ ਨੋਟਾਂ ਨਾਲ ਭਰ ਜਾਂਦੇ ਆ। ਇੱਕ ਕਿਣਕਾ ਮਾਤਰ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣ ਵਾਸਤੇ ਸਾਨੂੰ ਉਪਦੇਸ਼ ਦਿੱਤਾ। ਮਹਾਰਾਜ ਕਹਿੰਦੇ ਤੀਨੋਂ ਜੁਗ ਤੀਨੋਂ ਦੜੈ, ਕੱਲ ਕੇਵਲ ਨਾਮ ਆਧਾਰ ਦਾ ਕਲਯੁਗ ਦਾ ਸਮਾਂ ਆਇਆ ਭਾਈ। ਇਸ ਕਲਯੁਗ ਦੇ ਸਮੇਂ ਅੰਦਰ ਕੱਲ ਕੇਵਲ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਤੁਹਾਨੂੰ ਭਵਸਾਗਰ ਤੋਂ ਪਾਰ ਕਰੇਗਾ। ਪਰਮਾਤਮਾ ਦੇ ਦਰਸ਼ਨ ਤੁਹਾਨੂੰ ਬਖਸ਼ਿਸ਼ ਜਿਹੜੇ ਹੋਣਗੇ, ਪਰਮਾਤਮਾ ਦੇ ਦਰਸ਼ਨਾਂ ਦੀ ਤੁਹਾਡੀ ਇੱਛਾ ਪੂਰੀ ਹੋਏਗੀ, ਉਸ ਨਾਮ ਦੀ ਦਾਤ। ਮਹਾਰਾਜ ਕਹਿੰਦੇ ਕਲਯੁਗ ਦਾ ਸਮਾਂ ਹੈ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਦਾ ਸਮਾਂ ਹੈ। ਮਹਾਰਾਜ ਸਾਹਿਬ ਕਹਿੰਦੇ ਆ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਤੁਸੀਂ ਸਤਸੰਗ ਵਿੱਚ ਬੈਠੋ, ਇੰਨਾ ਸੌਖਾ ਗੁਰੂ ਅਮਰਦਾਸ ਸਾਹਿਬ ਨੇ ਕਰ ਦਿੱਤਾ, ਗੁਰੂ ਰਾਮਦਾਸ ਨੇ ਕਰ ਦਿੱਤਾ। ਇਹ ਸੰਗਤ ਵਿੱਚ ਬੈਠਿਆ ਸਾਡੀ ਦੋ ਭਗਤੀਆਂ ਹੋ ਰਹੀਆਂ। ਡਬਲ ਤਨਖਾਹ, ਕਿਸੇ ਬੰਦੇ ਨੂੰ ਇੱਕ ਕੰਮ ਦੀ ਡਬਲ ਤਨਖਾਹ ਮਿਲੇ ਹੁੰਦਾ ਨਹੀਂ, ਪਰ ਇਸ ਘਰ ਵਿੱਚ ਹੁੰਦਾ ਹੈ। ਇੱਥੇ ਸਤਸੰਗ ਵਿੱਚ ਬੈਠਦੇ ਹੋ, ਕੰਨਾਂ ਨਾਲ ਜਦੋਂ ਬਾਣੀ ਕੀਰਤਨ ਕਥਾ ਸੁਣਦੇ ਹੋ, ਕੰਨ ਸਫਲ ਹੋ ਰਹੇ ਆ। ਕੰਨਾਂ ਨਾਲ ਸੁਣ ਕੇ ਜਦੋਂ ਰਸਨਾ ਨਾਲ ਕੀਰਤਨ ਪੜ੍ਹ ਰਹੇ ਹੋ, ਰਸਨਾ ਨਾਲ ਗੁਰਬਾਣੀ ਪੜ੍ਹ ਰਹੇ ਹੋ, ਰਸਨਾ ਨਾਲ ਜਿਹੜੇ ਬਾਣੀ ਦੇ ਪ੍ਰਮਾਣ ਯਾਦ ਆ ਉਹ ਨਾਲ ਜਪ ਰਹੇ ਹੋ, ਸਾਡੀ ਰਸਨਾ ਵੀ ਪਵਿੱਤਰ ਹੁੰਦੀ ਹੈ। ਤਾਂ ਹੀ ਕਲਯੁਗ ਵਿੱਚ ਕੀਰਤਨ ਨੂੰ ਪ੍ਰਧਾਨਤਾ ਹੈ। ਕੀਰਤਨ ਮਤਲਬ ਰੱਬ ਦੀ ਕੀਰਤੀ, ਉਹਦੀ ਸਿਫਤ ਸਲਾਹ ਕਰਨੀ। ਤੁਸੀਂ ਘਰ ਵਿੱਚ ਬੈਠੇ ਵੀ ਸਿਮਰਨ ਕਰੋ, ਕੰਨ ਸੁਣ ਰਹੇ ਨੇ, ਰਸਨਾ ਬੋਲ ਰਹੀ ਆ, ਕੰਨ ਵੀ ਸਫਲ ਹੋ ਰਹੇ ਆ, ਰਸਨਾ ਵੀ ਸਫਲ ਹੋ ਰਹੀ ਆ। ਇੱਕੋ ਵਾਰੀ ਚ ਦੋ ਇੰਦਰੇ ਸਾਡੇ ਸਫਲ ਹੋ ਰਹੇ ਹਨ। ਇਸ ਪਾਵਨ ਪਵਿੱਤਰ ਨਾਮ ਦੀ ਜਿਹੜੀ ਦਾਤ ਹੈ, ਨਾਮ ਕੀ ਵਡਾਈ ਦੇ ਗੁਰੂ ਰਾਮਦਾਸ ਕੋ। ਧੰਨ ਗੁਰੂ ਅਮਰਦਾਸ ਨੇ ਜੀਵ ਜੰਤ ਸੰਸਾਰ ਦੇ ਭਲੇ ਹਿੱਤ
ਮਹਾਰਾਜ ਨੇ ਸੋਚਿਆ ਇੰਨੀਆਂ ਲੰਮੀਆਂ ਸਮਾਧੀਆਂ ਲਾਉਣ ਵਾਲੇ ਵੀ ਖਾਲੀ ਚਲੇ ਗਏ, ਬੜੇ ਭੇਖ ਧਾਰਨ ਕਰਨ ਵਾਲੇ ਖਾਲੀ ਚਲੇ ਗਏ, ਲੰਮੀਆਂ ਜਟਾਂ ਵਧਾਉਣ ਵਾਲਿਆਂ ਨੂੰ ਵੀ ਦਰਸ਼ਨ ਨਹੀਂ ਹੋਏ। ਗੁਰਸਿੱਖੋ, ਤੁਹਾਨੂੰ ਪਰਮਾਤਮਾ ਦੇ ਦਰਸ਼ਨ ਦੀਦਾਰਿਆਂ ਲਈ ਮੈਂ ਸਾਰੀਆਂ ਨਾਮ ਦੀਆਂ ਦਾਤਾਂ ਵਡਿਆਈਆਂ ਜਿਹੜੀਆਂ ਉਹ ਗੁਰੂ ਰਾਮਦਾਸ ਸਾਹਿਬ ਨੂੰ ਦੇ ਚੱਲਿਆ। ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਭਾਵਨਾ ਨਾਲ ਅਰਦਾਸ ਕਰਕੇ ਜਾਇਓ। ਹਮ ਅਬ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਵਿਖੇ ਵਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁਖ ਦਾ ਰਾਸਾਂ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇ ਮਲੰਗ ਜਮ ਤਰਾਸ ਮਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ, ਰੱਖੋ ਸ਼ਰਨਾਈ ਗੁਰੂ ਰਾਮਦਾਸ। ਤੁਹਾਡੇ ਘਰ ਵਿੱਚ ਨਾਮ ਦੀਆਂ ਵਡਿਆਈਆਂ ਸਾਨੂੰ ਸ਼ਰਨ ਵਿੱਚ ਰੱਖੋ। ਉਹ ਨਾਮ ਦੀ ਦਾਤ ਦਿਓ ਜਿਸ ਨਾਲ ਇਹ ਲੋਕ ਸੁਖੀਏ ਔਰ ਲੋਕ ਸੁਹੇਲੇ ਨਾਨਕ ਪ੍ਰਭ ਆਪੇ ਮਿਲਦੇ ਦੇ ਅਸੀਂ ਭਾਗੀ ਬਣ ਸਕੀਏ। ਜ਼ਰੂਰ ਗੁਰੂ ਸਾਹਿਬ ਕਿਰਪਾ ਕਰਨਗੇ, ਰਹਿਮਤ ਕਰਨਗੇ। ਸੋ ਭਾਈ ਗੁਰੂ ਦੇ ਅੰਦਰੂਨੀ ਦਰਸ਼ਨ, ਬਾਹਰੀ ਦਰਸ਼ਨ, ਇਹ ਸਾਰਾ ਕੁਝ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਖੋਜ ਸ਼ਬਦ ਮੈਲੇ ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮੈਲੇ। ਸ਼ਬਦ ਨੂੰ ਖੋਜਿਓ, ਸ਼ਬਦ ਨੂੰ ਖੋਜੋਗੇ ਤੁਹਾਨੂੰ ਸਾਰੇ ਤਰ੍ਹਾਂ ਦੇ ਦਰਸ਼ਨ ਮਹਾਰਾਜ ਸਾਹਿਬ ਦੇ ਹੋ ਜਾਣਗੇ। ਬਾਹਰੀ ਤੌਰ ਤੇ ਵੀ ਅੰਦਰੂਨੀ ਵੀ ਭਾਵਨਾ ਨਾਲ ਚੱਲੀਏ। ਭਾਵਨਾ ਨਾਲ ਚੱਲਦਿਆਂ ਇੱਕ ਦਿਨ ਚੱਲਦੇ ਚੱਲਦੇ ਅਸੀਂ ਪਰਮਾਤਮਾ ਵਿੱਚ ਪਹੁੰਚ ਜਾਵਾਂਗੇ, ਉੱਚ ਭੇਦ ਹੋ ਜਾਵਾਂਗੇ। ਇਹ ਸਾਡੇ ਮਨੁੱਖਾ ਜੀਵਨ ਦੀ ਜਿਹੜੀ ਸਫਲਤਾ ਹੈ, ਇਹ ਮਨੁੱਖਾ ਜੀਵਨ ਸਾਰਥਕਤਾ ਵਿੱਚ ਜਾਏਗਾ ਜੇ ਸਾਡੇ ਕੋਲੇ ਨਾਮ ਦੀ ਪੂੰਜੀ ਹੋਵੇ। ਇਹਾਂ ਖੱਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ, ਇਹੀ ਨਾਮ ਦਾ ਲਾਹਾ ਕੱਟ ਕੇ ਜਾਣਾ ਤੇ ਇਹ ਖੱਟਣ ਵਾਸਤੇ ਅਸੀਂ ਆਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਗੁਰੂ ਦਾ ਉਪਦੇਸ਼ ਗੁਰੂ ਦਾ ਜਾਣ ਕੇ ਹਿਰਦੇ ਚ ਵਸਾਇਓ। ਮੇਰੀਆਂ ਭੁੱਲਾਂ ਨਾ ਚਤਾਰਿਓ। ਦੇਵ ਸੱਜਣ ਅਸੀਸੜੀਆਂ ਜੋ ਹੋਵੇ। ਸਾਹਿਬ ਸਵਾਮੀ ਗੁਰੂ ਸਾਹਿਬ ਸੰਗਤ ਸਿੰਘ ਸ਼੍ਰੀ ਬਾਬਾ ਜੀ ਦਾ ਧੰਨਵਾਦ ਜਿਹੜੇ ਵਿੱਚ ਵਰਤ ਕੇ ਸੇਵਾ ਲੈ ਰਹੇ ਨੇ। तमाम भुलां चूकां दी खिमा। आओ आखिरी पंक्तियां दा पाठ सफल करके समाप्ति करिए जी। जाको जोगी जति सिद्ध साधक अनेक ताप, जटा जूट भेख किए फिरते उदास का, सो तिन सतगुर सुख पाई कृपा धारी जी, नाम की बढ़ाई गई खालसा वाहिगुरू जी की फतेह। आनंद साहिब रामकली महला तीजा। आनंद एक ओंकार सतगुर प्रसाद। आनंद भया मेरी माए सतगुरु मैं पाया। सतगुर दा पाया सहज सेती मन वधिया वालियां, राग रतन परवार भरियां शब्द गावण आईयां। हरि केरा वार जिनी वसाया, कह नानक आनंद हुआ सतगुरु मैं पाया। हे मन मिलिया तू सदा नाल रहो तू मन मेरे दुख सब विसारना। दीकारो बड़े तेरा काज सब सवारना, सबना गला सुमरत स्वामी सुख्यो मनो विसारे। है नानक मन मेरे सदा रहो नाले, साचे साहिबा क्या नहीं करते रह। घाटा तेरा सब कुछ है जिस ते सो पावे, सदा सिद्ध सलाह तेरी नाम मन वसावे। नाम जिन कै मन वसिया जे शब्द कलेरे, कह नानक सच्चे साहिब क्या नहीं करते रह। सच्चा नाम मेरा आधारो, साच नाम आधार मेरा जिन भुखा सब गवाइया, कर शांत सुख मन आए बसिया जिन इच्छा सब बुझाइया। गुरबाण पिता गुर बटो जिस दियां वडियाइया, कह नानक सुनो संतो शब्द रो प्यारो। सच्चा नाम मेरा आधारो वाले। भज दो तुद वस कीते काल कंडक मारिया। कह नानक तै सुख हुआ तित घर अनाथ वाजे। पार ब्रह्म प्रभ पाया उतरे सगल विसूरे। संत साजन भये सरसे पूरे गुर ते जानी। बिन वंदना गुर चरण लागे वाजे अनाथ तुरे सलो।